ਸਤਿ ਸ਼੍ਰੀ ਅਕਾਲ। ਡੀਡੀ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਕੁਝ ਤੇਰੀਆਂ ਕੁਝ ਮੇਰੀਆਂ ਵਿੱਚ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਸੁਖਵਿੰਦਰ। ਦੋਸਤੋ, ਦੁਨੀਆ ਵਿੱਚ ਕੋਈ ਵੀ ਐਸਾ ਰਿਸ਼ਤਾ ਨਹੀਂ ਜੋ ਲੜਖੜਾਂਦਾ ਨਾ ਹੋਵੇ। ਹਰ ਰਿਸ਼ਤੇ ਵਿੱਚ ਵਾਦ ਵਿਵਾਦ ਮਤਭੇਦ ਹੋਣਾ ਬੜੀ ਆਮ ਜਿਹੀ ਗੱਲ ਹੈ। ਸਾਨੂੰ ਸ਼ਾਇਦ ਇਹ ਗੱਲ ਬਹੁਤ ਆਮ ਲੱਗਦੀ ਹੈ, ਪਰ ਇਸ ਦਾ ਬੱਚਿਆਂ ਤੇ ਬੜਾ ਹੀ ਡੂੰਘਾ ਅਸਰ ਹੁੰਦਾ ਹੈ। ਬੱਚੇ ਬੜੀ ਛੋਟੀ ਉਮਰ ਦੇ ਵਿੱਚ ਘਰ ਵਿੱਚ ਮਾਂ-ਬਾਪ ਦੇ ਲੜਾਈ ਝਗੜੇ ਦੇ ਚੱਲਦੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ। ਜਦੋਂ ਵੀ ਡਿਪਰੈਸ਼ਨ ਦੀ ਗੱਲ ਚੱਲਦੀ ਹੈ ਤੇ ਅਸੀਂ ਹਮੇਸ਼ਾ ਇਸ ਗੱਲ ਨੂੰ ਨਕਾਰ ਦਿੰਦੇ ਹਾਂ ਕਿ ਬੱਚਿਆਂ ਦੇ ਵਿੱਚ ਵੀ ਡਿਪਰੈਸ਼ਨ ਹੋ ਸਕਦਾ ਹੈ, ਬੱਚੇ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਨੇ। ਇੱਕ ਰਿਪੋਰਟ ਦੇ ਮੁਤਾਬਿਕ ਭਾਰਤ ਵਿੱਚ 13 ਤੋਂ 15 ਸਾਲ ਦੇ ਬੱਚੇ ਬੜੀ ਹੀ ਤੇਜ਼ੀ ਦੇ ਨਾਲ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਔਰ ਇਹ ਬਹੁਤ ਚਿੰਤਾਯੋਗ ਗੱਲ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਕਿਸ ਤਰ੍ਹਾਂ ਮਾਂ-ਬਾਪ ਦਾ ਲੜਾਈ ਝਗੜਾ ਬੱਚਿਆਂ ਦੀ ਮਾਨਸਿਕਤਾ ਤੇ ਗਹਿਰਾ ਅਸਰ ਛੱਡ ਰਿਹਾ ਹੈ। ਸੋ ਇਸ ਵਿਸ਼ੇ ਤੇ ਗੱਲ ਕਰਨ ਦੇ ਲਈ ਸਾਡੇ ਨਾਲ ਸਾਡੇ ਇਸ ਪ੍ਰੋਗਰਾਮ ਵਿੱਚ ਕੁਝ ਖਾਸ ਮਹਿਮਾਨ ਮੌਜੂਦ ਨੇ। ਸਭ ਤੋਂ ਪਹਿਲਾਂ ਮੁਲਾਕਾਤ ਕਰਵਾਉਂਦੇ ਹਾਂ ਇੱਕ ਮਾਂ ਦੇ ਨਾਲ ਜੋ ਇੱਕ ਔਟਿਜ਼ਮ ਮਦਰ ਨੇ ਔਰ ਪੇਰੈਂਟਸ ਟ੍ਰੇਨਿੰਗ ਪ੍ਰੋਗਰਾਮ ਚਲਾ ਰਹੇ ਨੇ, ਅੰਜਲੀ ਦਾਦਾ। ਤੇ ਆਓ ਹੁਣ ਮੁਲਾਕਾਤ ਕਰਵਾਉਂਦੇ ਹਾਂ ਤੁਹਾਡੇ ਨਾਲ ਇੱਕ ਸਾਈਕੋਲੋਜਿਸਟ ਦੀ ਜੋ ਕਿ ਪਿਛਲੇ 30 ਸਾਲ ਤੋਂ ਵੀ ਜ਼ਿਆਦਾ ਸਮਾਂ ਆਪਣੇ ਖੇਤਰ ਦੇ ਵਿੱਚ ਗੁਜ਼ਾਰ ਚੁੱਕੇ ਨੇ ਔਰ ਅਜੇ ਵੀ ਆਪਣੇ ਇਸ ਖੇਤਰ ਵਿੱਚ ਕੰਮ ਕਰ ਰਹੇ ਨੇ, ਪੱਲਵੀ ਖੰਨਾ। ਤੇ ਹੁਣ ਮੁਲਾਕਾਤ ਕਰਵਾਉਂਦੇ ਹਾਂ ਇੱਕ ਸਮਾਜ ਸੇਵੀ ਦੇ ਨਾਲ ਜੋ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵੀ ਸੰਸਥਾ ਨੂੰ ਚਲਾ ਰਹੇ ਨੇ, ਪਰਮੇਸ਼ਰੀ ਦਾਸ। ਸੋ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾ ਸਵਾਲ ਮੈਂ ਤੁਹਾਨੂੰ ਹੀ ਪੁੱਛਦੀ ਹਾਂ ਕਿਉਂਕਿ ਤੁਸੀਂ ਇੱਕ ਸਮਾਜ ਸੇਵੀ ਸੰਸਥਾ ਨੂੰ ਚਲਾ ਰਹੇ ਹੋ। ਜਿਵੇਂ ਕਿ ਅਸੀਂ ਬੱਚਿਆਂ ਦੀ ਮਾਨਸਿਕਤਾ ਦੀ ਗੱਲ ਕਰ ਰਹੇ ਹਾਂ, ਇਸ ਤਰ੍ਹਾਂ ਦੇ ਤੁਸੀਂ ਕਿੰਨੇ ਕੁ ਕੇਸ ਦੇਖਦੇ ਹੋ ਜਿਸ ਦੇ ਵਿੱਚ ਮਾਂ-ਬਾਪ ਦਾ ਲੜਾਈ ਝਗੜਾ ਬੱਚਿਆਂ ਦੇ ਵਿੱਚ ਡਿਪਰੈਸ਼ਨ ਦਾ ਕਾਰਨ ਹੁੰਦਾ ਹੈ? ਸਾਡੇ ਪਰਸਨਲ ਐਕਸਪੀਰੀਅੰਸ ਅਸੀਂ ਗੱਲ ਕਰੀਏ, ਪਿਛਲੇ 7-8 ਸਾਲ ਤੋਂ ਲੋਕ ਸਮਾਜ ਸੇਵੀ ਕੰਮ 'ਚ ਬਹੁਤ ਜੁੜੇ ਹੋਏ ਆ, ਪਰ ਅਸੀਂ ਕੁਛ ਜੇ ਆਪਾਂ ਡੂੰਘਾਈ ਜਿਹੜਾ ਬੜੇ ਆ, ਆਪਾਂ 3-4 ਸਾਲ ਤੋਂ ਚੀਜ਼ ਦੇਖੀ ਆ। ਬਹੁਤ ਜ਼ਿਆਦਾ ਡਿਪਰੈਸ਼ਨ ਦੇ ਕੇਸਿਸ ਜ਼ਿਆਦਾਤਰ ਲੜਕੀਆਂ ਦੇ ਫੜ ਕੇ ਬਹੁਤ ਆ ਰਹੇ ਨੇ ਅਤੇ ਉਹ ਇਹੋ ਜਿਹੇ ਆ ਰਹੇ ਨੇ, ਡਿਪਰੈਸ਼ਨ ਵਿੱਚ ਬੱਚੇ ਦਾ ਜਾਣਾ, ਆਪਣੇ ਮਾਪਿਆਂ ਤੋਂ ਅਲੱਗ ਹੋਣਾ। ਬਹੁਤ ਸਾਰੇ ਇਹੋ ਜਿਹੇ ਕੇਸਿਸ ਲਗਭਗ ਜੇ ਮੈਂ ਗੱਲ ਕਰਾਂ ਮਹੀਨੇ ਦੇ ਵਿੱਚ ਸ਼ਾਇਦ 5-6 ਤਾਂ ਪੱਕਾ ਹੀ ਹੈ ਸਾਡੇ ਕੋਲ ਆਉਣਾ ਹੀ ਆਉਣਾ ਹੈ। ਇੱਦਾਂ ਤਾਂ ਆਉਂਦੇ ਨੇ ਸਾਡੇ ਕੋਲ ਚੀਜ਼ ਆ। ਸੋ ਜਿੰਨੇ ਵੀ ਕੇਸ ਤੁਸੀਂ ਦੇਖਦੇ ਹੋ ਉਹਨਾਂ ਦੇ ਵਿੱਚ ਉਹਨਾਂ ਦਾ ਟ੍ਰੀਟਮੈਂਟ ਜਿਹੜਾ ਹੈ ਉਹ ਕਿਸ ਤਰੀਕੇ ਦੇ ਨਾਲ ਤੁਸੀਂ ਕਰਦੇ ਹੋ? ਟ੍ਰੀਟਮੈਂਟ ਬਹੁਤ ਤਰ੍ਹਾਂ ਦੇ ਹੁੰਦੇ ਆ ਜੀ। ਜਦੋਂ ਆਪਾਂ ਕਾਉਂਸਲਿੰਗ ਕਹਿ ਸਕਦੇ ਆ, ਉਹਨਾਂ ਨੂੰ ਸਮਝਾਉਣਾ ਜਾਂ ਆਪਸ ਬਹਿ ਕੇ ਸਮਝਾਉਣਾ। ਇਹ ਸਿਚੁਏਸ਼ਨ ਆਉਂਦੀ ਹੈ ਕਿ ਬੱਚਾ ਕਿਸ ਚੀਜ਼ ਦੇ ਨਾਲ ਮੈਂਟਲ ਹੈਲਥ ਨਾਲ ਜਾ ਰਿਹਾ ਹੈ। ਹਰ ਇੱਕ ਦੀ ਏਜ ਵਿੱਚ ਮੈਟਰ ਕਰਦਾ, ਛੋਟੇ ਬੱਚੇ ਦੀ, ਵੱਡਿਆਂ ਦਾ, ਇੱਕ ਅਡਲਟ ਵੀ ਡਿਪਰੈਸ਼ਨ ਵਿੱਚ ਜਾ ਸਕਦਾ ਤੇ ਇੱਕ ਮੈਟਰ ਕਰਦਾ ਏਜ ਟੂ ਏਜ ਅਕੋਰਡਿੰਗ। ਉਹਦੇ ਅਕੋਰਡਿੰਗ ਉਹਨਾਂ ਨੂੰ ਸਮਝਾਇਆ ਜਾ ਸਕਦਾ ਕਾਉਂਸਲਿੰਗ ਦੇ ਜ਼ਰੀਏ ਵੀ। ਮਾਪਿਆਂ ਨਾਲ ਉਹਨਾਂ ਦਾ ਆਪਸ ਅੰਡਰਸਟੈਂਡਿੰਗ ਵੀ ਕਰਾਈ ਜਾ ਸਕਦੀ ਹੈ ਜੇ ਉਸ ਚੀਜ਼ ਨੂੰ ਅੰਡਰਸਟੈਂਡ ਕੀਤਾ ਜਾਵੇ ਤਾਂ। ਮੈਮ, ਤੁਸੀਂ ਤਾਂ ਇੱਕ ਮਾਂ ਹੋ, ਹੈ ਨਾ? ਕਹਿੰਦੇ ਨੇ ਕਿ ਇੱਕ ਮਾਂ ਬੱਚੇ ਨੂੰ ਚੰਗੀ ਤਰ੍ਹਾਂ ਜਾਣਦੀ ਹੈ, ਸ਼ਾਇਦ ਕੋਈ ਹੋਰ ਇੰਨੀ ਚੰਗੀ ਤਰ੍ਹਾਂ ਨਹੀਂ ਜਾਣ ਸਕਦਾ। ਸੋ ਜਿਵੇਂ ਰਿਪੋਰਟ ਕਹਿੰਦੀ ਹੈ ਕਿ 13 ਤੋਂ ਲੈ ਕੇ 15 ਸਾਲ ਦੇ ਬੱਚੇ ਬੜੀ ਹੀ ਤੇਜ਼ੀ ਦੇ ਨਾਲ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ। ਬੱਚਿਆਂ ਦੇ ਵਿੱਚ ਡਿਪਰੈਸ਼ਨ ਹੋ ਸਕਦਾ ਹੈ? ਬਿਲਕੁਲ। ਤੇ ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਇੰਨੀ ਅਵੇਅਰਨੈਸ ਆ ਰਹੀ ਹੈ ਜੀ, ਬਿਕੋਜ਼ ਪਹਿਲਾਂ ਇਸ ਚੀਜ਼ ਨੂੰ ਕੁਝ ਮੰਨਿਆ ਹੀ ਨਹੀਂ ਜਾਂਦਾ ਸੀ ਤੇ ਲੋਕੀ ਕਹਿੰਦੇ ਸੀ ਐਵੇਂ ਸੈਡ ਹੈ ਜਾਂ ਬਿਹੇਵੀਅਰ ਜੇ ਇਸ਼ੂ ਆ ਜਾਂਦੇ ਸੀ, ਕੁਝ ਬੱਚਾ ਆਪਣਾ ਮੂਡ ਦਿਖਾਉਂਦਾ ਸੀ ਤੇ ਉਹਦੇ ਤੇ ਜ਼ਿਆਦਾ ਗੌਰ ਨਹੀਂ ਕੀਤਾ ਜਾਂਦਾ ਸੀ। ਪਰ ਹੁਣ ਇਹ ਚੀਜ਼ ਬਹੁਤ ਇੰਪੋਰਟੈਂਸ ਪਾ ਰਹੀ ਹੈ ਤੇ ਜੋ ਬਹੁਤ ਅੱਛੀ ਗੱਲ ਹੈ। ਤੇ ਡੈਫੀਨਿਟਲੀ ਹੋ ਸਕਦੇ ਨੇ ਸ਼ਿਕਾਰ ਬੱਚੇ ਇਸ ਡਿਪਰੈਸ਼ਨ ਦਾ। ਅਸੀਂ ਔਟਿਜ਼ਮ ਦੇ ਵਿੱਚ ਵੀ ਦੇਖਿਆ ਕਿ ਜਿਹੜੇ ਸਾਡੇ ਸਪੈਸ਼ਲ ਨੀਡਸ ਬੱਚੇ ਨੇ ਉਹਨਾਂ ਨੂੰ ਇੱਕ ਸਟੇਬਲ ਘਰ ਚਾਹੀਦਾ ਹੈ ਜੀ, ਨਹੀਂ ਤਾਂ ਅਸੀਂ ਦੇਖਿਆ ਕਿ ਉਹਨਾਂ ਦੇ ਵੀ ਬਿਹੇਵੀਅਰਸ ਬਹੁਤ ਡਿਫਿਕਲਟੀਜ਼ ਆਉਂਦੀਆਂ ਨੇ। ਤੇ ਮੈਂ ਆਪਣੀ ਸਟੱਡੀਜ਼ 'ਚ ਆਪਣੇ ਆਸ-ਪਾਸ ਦੇ ਮਾਹੌਲ ਦੇ ਵਿੱਚ ਵੀ ਦੇਖਿਆ ਕਿ ਡੈਫੀਨਿਟਲੀ ਇਹ ਜਿਹੜਾ ਡਿਪਰੈਸ਼ਨ ਹੈ ਇਹ ਇੱਕ ਬਹੁਤ ਅਸਲੀ ਚੀਜ਼ ਹੈਗੀ, ਇਹਨੂੰ ਮਾਇਨਾ ਦੇਣਾ ਹੈ ਅਸੀਂ। ਤੇ ਜਿਹੜੇ ਬੱਚੇ ਔਟਿਜ਼ਮ ਵਾਲੇ ਨੇ ਉਹਨਾਂ ਦੇ ਵਿੱਚ ਡਿਪਰੈਸ਼ਨ ਜਿਹੜਾ ਹੈ ਉਸ ਨੂੰ ਕਿਵੇਂ ਅਸੀਂ ਸਮਝ ਸਕਦੇ ਹਾਂ ਕਿ ਇਹ ਬੱਚਾ ਵੀ ਡਿਪਰੈਸ਼ਨ ਦਾ ਸ਼ਿਕਾਰ ਹੈ, ਕਿਉਂਕਿ ਉਹ ਇੰਨੇ ਚੰਗੇ ਤਰੀਕੇ ਦੇ ਨਾਲ ਐਕਸਪ੍ਰੈਸ ਕਰ ਨਹੀਂ ਸਕਦਾ ਆਪਣੀ ਇਸ ਪ੍ਰੋਬਲਮ ਨੂੰ? ਬਿਲਕੁਲ, ਤੁਹਾਡੀ ਗੱਲ ਸਹੀ ਹੈ। ਤੇ ਅਸੀਂ ਇੱਥੇ ਬਿਹੇਵੀਅਰ ਨੋਟ ਕਰਦੇ ਹਾਂ, ਉਹਨਾਂ ਦੀ ਆਦਤ, ਉਹਨਾਂ ਦਾ ਮੂਡ। ਸਿਰਫ ਔਟਿਜ਼ਮ ਨਹੀਂ, ਕੋਈ ਵੀ
ਜਿਹੜਾ ਡਿਫਰੈਂਟ ਬੱਚਾ ਹੈ ਜੀ। ਜਿਹਦੀ ਸਪੈਸ਼ਲ ਨੀਡਸ ਨੇ ਉਹਨਾਂ ਨੂੰ ਅਸੀਂ ਗੌਰ ਨਾਲ ਜੇ ਦੇਖੀਏ ਤੇ ਉਹਨਾਂ ਨੂੰ ਆਬਜ਼ਰਵ ਕਰਨਾ ਬੜਾ ਜ਼ਰੂਰੀ ਰਹਿੰਦਾ ਹੈ। ਹਮੇਸ਼ਾ ਜੇ ਪੇਰੈਂਟਸ ਸਾਡੇ ਕੋਲ ਆਉਂਦੇ ਤੇ ਕਹਿੰਦੇ ਇਦਾਂ ਹੋ ਗਿਆ, ਬੱਚੇ ਨੇ ਇਦਾਂ ਬਿਹੇਵ ਕੀਤਾ, ਅਸੀਂ ਹਮੇਸ਼ਾ ਕਹਿੰਦੇ ਕੁਝ ਹੋਇਆ, ਪਹਿਲਾਂ ਤੁਸੀਂ ਸਾਨੂੰ ਦੱਸੋ ਘਰ 'ਚ ਸਭ ਕੁਝ ਕਿੱਦਾਂ ਚੱਲ ਰਿਹਾ ਹੈ, ਕੋਈ ਬਦਲਾਵ ਆਇਆ, ਕੋਈ ਇਦਾਂ ਦੀ ਚੀਜ਼ ਜਿਹੜੀ ਇਸ ਬੱਚੇ ਨੂੰ ਤੰਗ ਕਰ ਰਹੀ ਹੈ। ਅਸੀਂ ਹਮੇਸ਼ਾ ਪਹਿਲਾਂ ਉਸ ਚੀਜ਼ ਨੂੰ ਧਿਆਨ ਦਿੰਦੇ ਆ ਜੀ। ਅੱਛਾ ਮੈਮ, ਤੁਸੀਂ ਤਾਂ ਸਾਈਕੋਲੋਜਿਸਟ ਹੋ, ਸਭ ਤੋਂ ਪਹਿਲਾ ਸਵਾਲ ਤਾਂ ਮੈਂ ਇਹੀ ਪੁੱਛੂੰਗੀ ਤੁਹਾਡੇ ਤੋਂ ਕਿ ਆਖਿਰ ਡਿਪਰੈਸ਼ਨ ਹੈ ਕੀ? ਬਹੁਤ ਸਾਰੇ ਲੋਕ ਨੇ ਜੋ ਅਵੇਅਰ ਹੀ ਨਹੀਂ ਆ ਡਿਪਰੈਸ਼ਨ ਨੂੰ, ਬਸ ਉਹ ਇੱਕ ਨਾਟਕ ਵੀ ਕਹਿ ਦਿੰਦੇ ਨੇ। ਬਹੁਤ ਸਾਰੀ ਫੈਮਲੀਜ਼ 'ਚ ਦੇਖਿਆ ਹੈ, ਅਗਰ ਕੋਈ ਡਿਪਰੈਸ਼ਨ ਦਾ ਸ਼ਿਕਾਰ ਹੈ ਤਾਂ ਕਹਿੰਦੇ ਕਿ ਇਹ ਤਾਂ ਨਾਟਕ ਕਰ ਰਿਹਾ ਹੈ, ਨਾਟਕ ਕਰ ਰਹੀ ਹੈ ਨਾ, ਇੱਦਾਂ ਤਾਂ ਕੁਝ ਵੀ ਨਹੀਂ ਹੈ। ਸੋ ਉਹ ਡਿਪਰੈਸ਼ਨ ਹੈ ਕੀ ਹੈ? ਕਿਸ ਤਰ੍ਹਾਂ ਇਸ ਨੂੰ ਅਸੀਂ ਜਾਣ ਸਕਦੇ ਹਾਂ ਕਿ ਇਹ ਬੰਦਾ ਡਿਪਰੈਸ਼ਨ ਦਾ ਸ਼ਿਕਾਰ ਹੈ? डिप्रेशन एक मानसिक बीमारी है जिसको हम ये भी कहते हैं कि एक मूड डिसऑर्डर है, और इसमें सबसे पहले हम बिहेवियर ही नोट करते हैं कि कितने टाइम से जिसको डिप्रेशन है वो कितने टाइम से उदास है। जी। तो उदासी और डिप्रेशन में यही फ़र्क है कि उदासी जो है वो हो सकता है 2 दिन की हो, 3 दिन की हो, लेकिन डिप्रेशन एक लंबे समय के लिए चल रहा है। तो बिहेवियरल चेंजेस आते हैं बच्चों, अगर हम बच्चों की डिप्रेशन की बात कर रहे हैं, जैसे स्कूल जाने को या कॉलेज जाने को मन नहीं करेगा, टाइम पे उठने को मन नहीं करेगा, एकेडमिक जो परफॉर्मेंस है, ग्रेड्स हैं वो गिरने शुरू हो जाते हैं। जिस चीज़ में पहले बच्चा रुचि रखता है अब उसको रुचि नहीं है, या वो अलग अलग रहने लगता है, उसको किसी से मिलने जुलने में जैसे झिझक आती है, वो जैसे अगर बहुत हंसता खेलता बच्चा हो अचानक चुप हो जाता है तो हम कह सकते हैं कि ये कुछ बाहर से हम बिहेवियरल चेंजेस नोट कर सकते हैं जिसकी वजह से हम ये कह सकते हैं कि बच्चे को डिप्रेशन है। जी। इसके कारण बहुत सारे हैं। हमारे जो न्यूरोट्रांसमीटर्स है उसमें अगर कुछ डिस्टर्बेंस आ जाती है तो उसके कारण भी डिप्रेशन हो सकता है। लेकिन आजकल जो देखने में आ रहा है और ख़ासतौर पे बच्चों का डिप्रेशन है वो माहौल के कारण है कि जब घर में माहौल अच्छा ना हो, जब जैसे लड़ाई झगड़ा चल रहा हो, गुस्से से कोई बात कर रहा हो, या घर में जैसे कुछ वायलेंट अगर एटमॉस्फेयर है, जैसे अगर हम डोमेस्टिक वायलेंस की बात कर रहे हैं जो कि कोविड के बाद बहुत ज़्यादा बढ़ चुका है, तो अगर ये सब घर में अगर बच्चा देख रहा है तो उसकी मानसिकता पे इसका असर पड़ता है और बच्चा डिप्रेशन में जा सकता है। ਜੀ। ਜਿਵੇਂ ਸਰ ਤੁਸੀਂ ਗੱਲ ਕੀਤੀ ਕਿ ਲੜਕੀਆਂ ਦੇ ਵਿੱਚ ਜ਼ਿਆਦਾ ਇਹ ਦੇਖਣ ਨੂੰ ਮਿਲਦਾ ਹੈ, ਸੋ ਕਹਿੰਦੇ ਆ ਨਾ ਕਿ ਮਾਂ-ਬਾਪ ਜਿਸ ਤਰ੍ਹਾਂ ਦਾ ਬਿਹੇਵ ਕਰਦੇ ਨੇ ਉਸੇ ਤਰ੍ਹਾਂ ਬੱਚੇ ਵੀ ਸਿੱਖਦੇ ਨੇ ਅੱਗੇ, ਹੈ ਨਾ। ਤੇ ਜਿਹੜਾ ਮਾਂ-ਬਾਪ ਦਾ ਬਿਹੇਵੀਅਰ ਹੈ ਉਸ ਦੇ ਵਿੱਚ ਜ਼ਿਆਦਾਤਰ ਦੇਖਿਆ ਗਿਆ ਹੈ ਕਿ ਐਕਸਟਰਾ ਮੈਰਿਟਲ ਅਫੇਅਰਸ ਬਹੁਤ ਹੋ ਰਹੇ ਨੇ ਮਾਂ-ਬਾਪ ਦੇ, ਜਿਸ ਦੇ ਕਾਰਨ ਜ਼ਿਆਦਾਤਰ ਘਰ 'ਚ ਲੜਾਈ ਝਗੜਾ ਰਹਿੰਦਾ ਹੀ ਰਹਿੰਦਾ ਹੈ। ਉਸ ਦਾ ਬੱਚਿਆਂ ਦੇ ਉੱਤੇ ਕੀ ਅਸਰ ਪੈਂਦਾ? ਔਰ ਲੜਕੀਆਂ ਨੇ ਤਾਂ ਵੈਸੇ ਵੀ ਵਿਆਹ ਕੇ ਦੂਸਰੇ ਘਰ ਜਾਣਾ ਹੁੰਦਾ ਹੈ, ਤੇ ਦੂਸਰੇ ਘਰ ਅਗਰ ਉਹ ਡਿਪਰੈਸ਼ਨ ਦਾ ਸ਼ਿਕਾਰ ਹੁੰਦੀ ਹੈ ਜਾਂ ਉਹੀ ਸਭ ਉਹ ਆਪਣੇ ਉਸ ਘਰ ਦੇ ਵਿੱਚ ਬਿਹੇਵੀਅਰ ਦਿਖਾਉਂਦੀ ਹੈ ਜੋ ਉਸਦੇ ਮਾਂ-ਬਾਪ ਦਾ ਉਸਨੇ ਦੇਖਿਆ ਹੈ, ਤੇ ਉਸ ਦਾ ਕੀ ਅਸਰ ਪੈਂਦਾ ਹੈ ਉਸਦੇ ਫਿਊਚਰ ਦੇ ਉੱਤੇ? ਦੇਖੋ, ਮੈਂ ਇਹ ਚੀਜ਼ ਨੂੰ ਉਦਾਹਰਨ ਦੇ ਫਿਰ ਸਮਝਾਵਾਂਗਾ। ਅੱਜ ਕੱਲ੍ਹ ਮੂਵੀ ਆਪਾਂ ਦੇਖਦੇ ਹਾਂ ਜੀ, ਉਹਦੇ 'ਚ ਕੀ ਹੁੰਦਾ ਹੈ, ਇੱਕ ਹਸਬੈਂਡ ਵਾਈਫ ਦਾ ਵਿਆਹ ਹੋਇਆ ਹੁੰਦਾ ਤੇ ਐਕਸਟਰਨਲ ਉਹਨਾਂ ਦੇ ਅਫੇਅਰ ਵੀ ਹੁੰਦੇ ਆ ਜੀ, ਤੇ ਉਸ ਤੋਂ ਬਾਅਦ ਜਦੋਂ ਮਾਪੇ ਵੱਡੇ ਹੋ ਜਾਂਦੇ ਤੇ ਲੜਕੀ ਵੀ ਉਹੀ ਕੰਮ ਕਰਦੀ ਹੈ ਜੀ। ਜੋ ਮਾਪੇ ਪੁੱਛਦੇ ਤੂੰ ਕਿਉਂ ਕੀਤਾ ਜੀ। ਤੇ ਲੜਕੀ ਵੀ ਜਵਾਬ ਦਿੰਦੀ ਹੈ ਕਿ ਤੁਸੀਂ ਨਹੀਂ ਕੀਤਾ ਜੀ। ਤਾਂ ਕਹਿਣ ਦਾ ਭਾਵ ਜਿਵੇਂ ਮਾਪੇ ਕਰਦੇ ਆ ਸੇਮ ਉਹੀ ਉਵੇਂ ਦਾ ਅਸਰ ਬੱਚਿਆਂ ਤੇ ਪੈਂਦਾ ਜੀ। ਜੋ ਛੋਟਾ ਬੱਚਾ ਜੀ, ਜੀ, ਜੋ ਵੱਡਾ ਮਾਪੇ ਕੋਲੋਂ ਸਿੱਖਦਾ ਹੈ ਉਹੀ ਬੱਚੇ ਐਕਟ ਕਰਦੇ ਆ ਤੇ ਜੋ ਚੀਜ਼ਾਂ ਮਾਪੇ ਕਰਨਗੇ ਉਹੀ ਸੇਮ ਬੱਚੇ ਕਰਨਗੇ। ਬਾਕੀ ਰਹਿ ਗਈ ਗੱਲ ਉਹਨਾਂ ਦੇ ਰਿਐਕਸ਼ਨ ਦੀ ਜਾਂ ਡਿਪਰੈਸ਼ਨ ਕਿੱਦਾਂ ਪੈਂਦਾ ਆ। ਮਾਪਿਆਂ ਦੇ ਵਿੱਚ ਰੋਜ਼ ਦਾ ਲੜਾਈ ਝਗੜਾ, ਜਿੱਥੇ ਅਗਰ ਅਸੀਂ ਮਹਿਸੂਸ ਕੀਤਾ ਗੱਲਾਂ ਨੂੰ ਕਈ ਜਣਾ NGO ਸੋਚ ਲਾਉਂਦੇ, ਲੜਕੀਆਂ ਦਾ ਕੋਈ ਨਾ ਕੋਈ ਉਹਨਾਂ ਨੂੰ ਸਮਝਣ ਵਾਲਾ ਬਹੁਤ ਇੰਪੋਰਟੈਂਟ ਆ ਜਿੰਨਾ ਉਹ ਗੱਲ ਸ਼ੇਅਰ ਕਰ ਸਕਣ। ਉਹ ਗੱਲ ਸ਼ੇਅਰ ਨਾ ਕਰ ਸਕਣ ਜਿਹਦੇ ਕਾਰਨ ਉਹ ਆਪਣੇ ਆਪ ਵਿੱਚ ਘੁੱਟ ਦਿੰਦੇ ਆ ਤੇ ਉਹ ਮਾਨਸਿਕਤਾ ਵਿੱਚ ਪ੍ਰੋਬਲਮ ਬਹੁਤ ਆ ਜਾਂਦੀ ਆ। ਉਹ ਮੈਂਟਲ ਵਿੱਚ ਬਹੁਤ ਕਈ ਇਸ਼ੂ ਕਰ ਲੈਂਦੇ ਆ, ਡਿਪਰੈਸ਼ਨ ਵਿੱਚ ਚਲ ਜਾਣਾ, ਗੁੱਸਾਪਨ ਬਹੁਤ ਆ ਕਰਨ ਲੱਗ ਪੈਂਦੇ, ਇਕੱਲੇ ਰਹਿ ਜਾਣਾ, ਇਹ ਉਹਨਾਂ ਨਾਲ ਫਰਕ ਪੈ ਜਾਂਦਾ। ਮਾਪਿਆਂ ਤੋਂ ਦੂਰ ਹੋਣਾ ਸ਼ੁਰੂ ਕਰ ਦਿੰਦੇ ਆ। ਉਹਨਾਂ ਦਾ ਕਹਿੰਦੇ ਕਿ ਲੜਾਈ ਝਗੜਾ ਰੋਜ਼ ਹੁੰਦਾ। ਸੈਕੰਡਲੀ ਅਫੇਅਰਸ ਹੋਣਾ, ਅਫੇਅਰਸ ਪਹਿਲੇ ਕਿਉਂ ਨਹੀਂ ਹੁੰਦੇ, ਹੁਣ ਕਿਉਂ ਹੁੰਦੇ? ਇਹ ਸੁਸਾਇਟੀ ਇੰਪੈਕਟ ਪਾਉਂਦੀ ਹੈ।
ਜੀ ਜਿਵੇਂ ਸੋਸਾਇਟੀ ਰਹਿ ਰਹੀ ਹੈ ਜੀ ਉਵੇਂ ਉਵੇਂ ਇਹ ਚੀਜ਼ਾਂ ਇੰਕਰੀਜ਼ ਹੋ ਰਹੀਆਂ, ਇਹ ਕ੍ਰਾਈਮਿੰਗ ਇੰਕਰੀਜ਼ ਹੋ ਰਹੀਆਂ, ਡੋਮੈਸਟਿਕ ਵਾਇਲੈਂਸ ਇੰਕਰੀਜ਼ ਹੋ ਰਿਹਾ। ਕਿਉਂ ਹੋ ਰਿਹਾ? ਮੈਂ ਪਹਿਲੇ ਗੱਲ ਕੀਤੀ, ਜਦ ਇੱਕ ਚੀਜ਼ ਹੋ ਰਹੀ ਹੈ ਨਾ, ਦੂਜੇ ਨੂੰ ਦੇਖ ਕੇ ਡੈਫੀਨੇਟਲੀ ਹੋਊਗਾ। ਉਹ ਕਹਿੰਦਾ ਤੇਰੇ ਘਰ ਵੀ ਇਦਾਂ, ਤੇਰੇ ਘਰ ਵੀ ਇਦਾਂ। ਮੀਨਸ ਸੋਸਾਇਟੀ ਮੈਟਰ ਕਰਦੀ ਹੈ। ਜੇ ਤੁਹਾਡੀ ਸੋਸਾਇਟੀ ਠੀਕ ਹੈ ਦੈਨ ਤੁਹਾਡਾ ਘਰ ਵੀ ਠੀਕ ਰਹੂਗਾ। ਬਾਕੀਆਂ ਨੂੰ ਦੇਖ ਕੇ ਅਸੀਂ ਆਪਣਾ ਘਰ ਵੀ ਖਰਾਬ ਕਰ ਲੈਂਦੇ ਹਾਂ। ਇਹ ਚੀਜ਼ਾਂ ਮੈਟਰ ਕਰਦੀਆਂ ਨੇ। ਅਫੇਅਰਸ ਹੋਣ ਦੇ ਕਾਰਨ ਵੀ ਇਹੀ ਹੈ, ਬਾਕੀਆਂ ਵੱਲ ਦੇਖ ਕੇ ਯਾਰੀ ਦੋਸਤੀ ਵਿੱਚ ਬਹਿ ਕੇ ਇਹ ਚੀਜ਼ਾਂ ਆ ਜਾਂਦੀਆਂ ਨੇ। ਠੀਕ ਹੈ। ਔਰ ਮੈਮ ਜਦੋਂ ਡਿਪਰੈਸ਼ਨ ਦੀ ਗੱਲ ਹੁੰਦੀ ਹੈ ਤੇ ਬਹੁਤ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ ਹੈ ਕਿ ਇਸ ਨੂੰ ਪੈਨਿਕ ਅਟੈਕ ਆਇਆ ਹੈ, ਐਂਗਜ਼ਾਇਟੀ ਅਟੈਕ ਆਇਆ ਹੈ। ਇਹ ਕਦੀ ਵੀ ਕਿਸੇ ਨੂੰ ਸਮਝ ਨਹੀਂ ਆਉਂਦਾ। ਬਹੁਤ ਸਾਰੇ ਲੋਕ ਨਹੀਂ ਜਾਣਦੇ ਕਿ ਆਖਿਰ ਇਹ ਅਟੈਕ ਆਉਂਦਾ ਕਿਵੇਂ ਹੈ ਔਰ ਕਿਸ ਤਰ੍ਹਾਂ ਪਤਾ ਲੱਗਦਾ ਕਿ ਇਸ ਬੰਦੇ ਨੂੰ ਪੈਨਿਕ ਅਟੈਕ ਆ ਰਿਹਾ ਹੈ। ਐਕਚੁਅਲੀ ਕਈ ਵਾਰੀ ਤਾਂ ਇਸ ਚੀਜ਼ ਨੂੰ ਨਜ਼ਰਅੰਦਾਜ਼ ਵੀ ਕਰ ਦਿੱਤਾ ਜਾਂਦਾ ਹੈ, ਬਟ ਇਹਦੇ 'ਚ ਬਹੁਤ ਜੇ ਤੁਸੀਂ ਕਹਿ ਲਓ ਕਿ ਸਿੰਪਟਮਸ ਜਾਂ ਚੀਜ਼ਾਂ ਦਿਖ ਸਕਦੀਆਂ ਨੇ, ਜਿੱਦਾਂ ਕਿ ਸ਼ਾਰਟਨੈਸ ਆਫ ਬ੍ਰੈਥ, ਜਿੱਦਾਂ ਸਾਹ ਜਲਦੀ ਆਣਾ, ਪਸੀਨਾ ਆਣਾ, ਇੱਦਾਂ ਲੱਗਣਾ ਕਿ ਮੈਨੂੰ ਸਾਹ ਹੀ ਨਹੀਂ ਆ ਰਿਹਾ, ਘਬਰਾਹਟ ਫੀਲ ਹੋਣੀ, ਐਂਡ ਬਹੁਤ ਜ਼ਿਆਦਾ ਘੁਟਨ ਮਹਿਸੂਸ ਹੋਣੀ। ਇਹ ਸਾਰੇ ਪੈਨਿਕ ਅਟੈਕਸ ਦੇ ਲੱਛਣ ਨੇ। ਐਂਡ ਡੈਫੀਨੇਟਲੀ ਦਿਖਦਾ ਹੈ। ਕਈ ਵਾਰੀ ਅਸੀਂ ਇਹ ਵੀ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਰੋਣਾ, ਅਨਕੰਟਰੋਲੇਬਲ, ਜਿੱਥੇ ਰੋਕਿਆ ਵੀ ਨਹੀਂ ਜਾ ਰਿਹਾ, ਐਂਡ ਇਹ ਡੈਫੀਨੇਟਲੀ ਦੇਖਣ 'ਚ ਮਿਲਦਾ ਹੈ। ਐਂਡ ਅਸੀਂ ਦੇਖ ਰਹੇ ਕਿ ਨਾਜ਼ੁਕ ਏਜ ਤੇ ਬਹੁਤ ਜ਼ਿਆਦਾ ਦਿਖ ਰਿਹਾ ਬੱਚਿਆਂ ਦੇ ਵਿੱਚ, ਸਪੈਸ਼ਲੀ ਜਿਨ੍ਹਾਂ ਦੇ ਘਰ ਅਸੀਂ ਦੇਖ ਰਹੇ ਪ੍ਰੋਬਲਮ ਆ ਰਹੀ ਹੈ ਜਾਂ ਹੋਰ ਵੀ ਕੋਈ ਮਾਨਸਿਕ ਸਟ੍ਰੈਸ ਹੈ ਤੇ ਇਸ ਟਾਈਮ ਤੇ ਪਿਕਅਪ ਹੁੰਦਾ ਹੈ। ਅਸੀਂ ਇੱਕ ਹੋਰ ਚੀਜ਼ ਨੋਟ ਕੀਤੀ ਹੈ ਜਿਹਨੂੰ ਕਹਿੰਦੇ ਆ ਟਿਕਸ। ਜੇ ਤੁਸੀਂ ਇਹਦੇ ਬਾਰੇ ਸੁਣਿਆ ਹੋ, ਕੁਝ ਬੱਚਿਆਂ 'ਚ ਇਹ ਚੀਜ਼ बढ़ਦੀ ਹੈ, ਜਿੱਦਾਂ ਕਿ ਅਨਯੂਜੂਅਲ ਬੋਡੀ ਮੂਵਮੈਂਟ ਜਿੱਦਾਂ ਕਰਨਾ, ਜਿਹਦੇ ਨਾਲ ਉਹ ਕੋਪਿੰਗ ਉਹਨੂੰ ਮਕੈਨਿਜ਼ਮ ਬਣਾ ਲੈਂਦੇ ਆ। ਇਹ ਵੀ ਸਟ੍ਰੈਸ ਦੇ ਵਿੱਚ ਹੀ ਰਿਲੇਟਡ ਆ ਜਾਂਦਾ ਹੈ। ਟੀਨੇਜ ਸਾਲ 'ਚ ਉੱਠਦਾ ਹੈ ਤੇ ਫਿਰ ਬਾਅਦ 'ਚ ਆ ਕੇ ਥੋੜਾ ਜਿਹਾ ਕੋਪ ਕਰਨਾ ਸਿੱਖਦੇ ਆ। ਪਰ ਇਹ ਚੀਜ਼ਾਂ ਜਦੋਂ ਆਉਂਦੀਆਂ ਨੇ, ਦੇਖਣਾ ਜ਼ਰੂਰੀ ਹੈ ਕਿ ਸਟ੍ਰੈਸ ਕਿੱਥੋਂ ਸ਼ੁਰੂ ਹੋ ਰਿਹਾ। ਠੀਕ ਹੈ। ਓਕੇ ਮੈਮ, ਤੁਹਾਨੂੰ ਪੁੱਛਾਂਗੇ ਕਿ ਜਿਵੇਂ ਐਂਗਜ਼ਾਇਟੀ ਅਟੈਕ ਆਉਂਦੇ ਨੇ, ਪੈਨਿਕ ਅਟੈਕਸ ਆਉਂਦੇ ਨੇ, ਇਹਨਾਂ ਨੂੰ ਇਮੀਡੀਏਟਲੀ ਕਿਵੇਂ ਰੋਕਿਆ ਜਾ ਸਕੇ? ਕਿਸ ਤਰ੍ਹਾਂ ਬੱਚੇ ਨੂੰ ਕੰਟਰੋਲ ਕੀਤਾ ਜਾ ਸਕੇ ਉਸ ਵੇਲੇ? इसमें हमने देखा है कि एकदम जैसे पैनिक अटैक होता है तो एक मन करता है कि जैसे घुटन महसूस हो रही है, घर से बाहर निकल जाओ। जैसे मैम अंजलि कह रही थी कि सांस नहीं आता, तो सांस लेने में दिक्कत आती है, तो सबसे पहले वो कोशिश करते हैं कि घर से, कमरे से बाहर निकल जाएं। तो मैं ये एडवाइस करती हूँ कि जैसे एक गिलास ठंडा पानी पी लें, या किसी से बात कर लें, या जैसे रोने का मन कर रहा है तो रो लें। कभी कभी रो के भी जो है वो शांत हो जाता है। लेकिन जब पैनिक अटैक ठीक नहीं होता तो एक SOS मेडिसिन साइकियाट्रिस्ट प्रिस्क्राइब करते हैं, तो वो लेनी पड़ती है। कभी कभी जो है ये पैनिक अटैक बहुत लंबा चलता है और घबराहट बहुत लंबे पीरियड तक रहती है, तो इसको कंट्रोल करने का फिर और कोई तरीका नहीं रहता। लेकिन इसके सिम्टम्स को रिकॉग्नाइज जितना हम करते जाते हैं उतना ही हम इसको अच्छे से मैनेज कर पाएंगे। तो अगर मुझे पता है कि मुझे पैनिक अटैक किन किन बातों से होता है, तो ये CBT एक टेक्निक है, कॉग्निटिव बिहेवियर थेरेपी, जिसमें हम पहले से ही जिनको पैनिक अटैक होता है, एंग्जाइटी बहुत ज़्यादा रहती है, हम उनको पहले से ही सिखाते हैं कि आपके ट्रिगर्स क्या हैं। तो ट्रिगर्स को पहचानना और ये देखना कि क्या बात होती है, या कौन सी कोई न्यूज़ सुन के फॉर एग्जाम्पल, या कोई खबर पढ़ के, या कोई किसी ने कोई बात कह दी, या कोई हमने कुछ चीज़ देख लिया, जैसे हमने माँ बाप का झगड़ा ही देख लिया, ठीक है, तो हमारे ट्रिगर्स क्या क्या हैं। तो अगर हम उनको पहचान लेते हैं तो CBT के टेक्निक के द्वारा हम ये देखते हैं कि हम अपने आप को बहुत ज़्यादा शांत रख सकते हैं और हम अपने ट्रिगर्स के ऊपर काम कर सकते हैं। लेकिन जब एकदम पैनिक अटैक हो जाए तो फिर उसमें बस यही है कि अपने आप की ब्रीदिंग नॉर्मलाइज करनी है, अपना सांस दोबारा अच्छे से लेना शुरू करना है। अगर आप खड़े हो तो कहीं बैठ जाइए, पानी का ग्लास पी लीजिए, और कोई भी जिसके साथ आपको अच्छा लगता है बात करने से, तो उनको आप अपने पास बिठा लीजिए। तो ये कुछ चीज़ें हैं जो हेल्प करती हैं।
ਜੀ ਜਿਵੇਂ ਮੈਮ ਨੇ ਦੱਸਿਆ ਕਿ ਇਸ ਨੂੰ ਕੰਟਰੋਲ ਜਿਹੜਾ ਹੈ ਕੀਤਾ ਜਾ ਸਕਦਾ ਹੈ, ਲੇਕਿਨ ਇਸ ਦੇ ਲਈ ਸਾਨੂੰ ਇੱਕ ਦੋਸਤ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਮੈਮ ਵੀ ਕਹਿੰਦੇ ਨੇ ਕਿ ਕਿਸੇ ਐਸੇ ਇਨਸਾਨ ਦੇ ਨਾਲ ਗੱਲ ਕਰੋ ਜਿਸ ਦੇ ਉੱਤੇ ਤੁਹਾਨੂੰ ਬਹੁਤ ਜ਼ਿਆਦਾ ਭਰੋਸਾ ਹੈ, ਜਿਸ ਦੇ ਨਾਲ ਤੁਸੀਂ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਸਕਦੇ ਹੋ, ਜਿਸ ਪ੍ਰੋਬਲਮ ਤੋਂ ਤੁਸੀਂ ਗੁਜ਼ਰ ਸਕਦੇ ਹੋ, ਤੁਸੀਂ ਉਹ ਪ੍ਰੋਬਲਮ ਡਿਸਕਸ ਕਰ ਸਕਦੇ ਹੋ। ਪਰ ਜੇਕਰ ਬੱਚਿਆਂ ਦੀ ਗੱਲ ਚੱਲਦੀ ਹੈ ਤੇ ਸਭ ਤੋਂ ਪਹਿਲਾ ਦੋਸਤ ਤਾਂ ਮਾਂ-ਬਾਪ ਨੂੰ ਹੀ ਬਣਨਾ ਪੈਂਦਾ ਹੈ। ਇਸ ਕਰਕੇ ਮਾਂ-ਬਾਪ ਦਾ ਵੀ ਫਰਜ਼ ਬਣਦਾ ਹੈ ਕਿ ਆਪਣੇ ਬੱਚਿਆਂ ਦੇ ਚੰਗੇ ਦੋਸਤ ਬਣ ਕੇ ਉਹਨਾਂ ਦੀ ਪ੍ਰੋਬਲਮਸ ਜਿਹੜੀਆਂ ਨੇ ਉਹਨਾਂ ਨੂੰ ਸਮਝਣ। ਸੋ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਆਡੀਅנס ਵੀ ਮੌਜੂਦ ਹੈ ਤੇ ਆਡੀਅנס ਤੋਂ ਵੀ ਕੁਝ ਸਵਾਲ ਲੈਣੇ ਆ ਅਸੀਂ। ਸੋ ਕੌਣ ਸਵਾਲ ਪੁੱਛਣਾ ਚਾਹੁੰਦਾ ਹੈ? ਜੀ ਮੇਰਾ ਨਾਮ ਅਰਜੁਨ ਸੰਧੂ ਹੈ, ਮੈਂ ਮਾਸ ਕਮਿਊਨੀਕੇਸ਼ਨ ਡਿਪਾਰਟਮੈਂਟ GND ਤੋਂ ਆਇਆ। ਸੋ ਸਰ ਮੇਰਾ ਇਹੀ ਸਵਾਲ ਸੀ ਕਿ ਸਭ ਤੋਂ ਪਹਿਲਾਂ ਮਾਂ-ਬਾਪ ਬਹੁਤ ਵੱਡਾ ਜ਼ੁਲਮ ਕਰਦੇ ਨੇ ਕਿ ਜਿਹੜੀ ਲੜਾਈ ਝਗੜੇ ਅਸੀਂ ਕਰਦੇ ਆ ਉਹੀ ਵੈਲਿਊ ਸਾਡੇ ਬੱਚੇ ਸਿੱਖਦੇ ਨੇ ਤੇ ਉਹਨਾਂ ਦੇ ਮੈਂਟਲੀ ਇੰਨਾ ਟਰਾਮਾ ਪੈਂਦਾ ਕਿ ਆਉਣ ਵਾਲੇ ਦਿਨ ਉਹਨਾਂ 'ਚ ਇੰਨੀ ਮਾੜੀ ਹੈਬਿਟਸ ਹੁੰਦੀ ਆ ਕਿ ਜਦੋਂ ਉਹ ਪੇਰੈਂਟਸ ਬਣਦੇ ਨੇ ਉਹ ਤੋਂ ਵੀ ਮਾੜਾ ਆਪਣੇ ਬੱਚਿਆਂ ਨਾਲ ਕਰਦੇ ਨੇ, ਯਾਨੀ ਇਹ ਸਾਈਕਲ ਕੰਟੀਨਿਊ ਹੁੰਦਾ ਰਹਿੰਦਾ। ਸੋ ਸਭ ਤੋਂ ਪਹਿਲਾਂ ਜੇ ਇਹੋ ਜਿਹਾ ਸਾਈਕਲ ਕੰਟੀਨਿਊ ਕਰਨਾ, ਵਿਆਹ ਹੀ ਨਾ ਕਰਾਓ, ਆਪਣੇ ਬੱਚਿਆਂ ਨੂੰ ਇਸ ਨਰਕ ਦੇ ਅੰਦਰ ਕਿਉਂ ਲੈ ਕੇ ਆਉਣਾ, ਨੰਬਰ 1 ਨੇ। ਅਤੇ ਨੰਬਰ 2 ਮੈਂ ਬੋਲ ਰਿਹਾ ਸੀ ਕਿ ਸਾਡੀ ਸੁਸਾਇਟੀ ਨੂੰ ਅਤੇ ਸਾਡੀ ਗਵਰਨਮੈਂਟ ਸਭ ਨੂੰ ਬਹੁਤ ਹੀ ਸਟ੍ਰਿੰਜੈਂਟ ਮੈਜਰਸ ਲੈਣੇ ਚਾਹੀਦੇ ਨੇ। ਸਾਨੂੰ ਪ੍ਰਣ ਕਰਨਾ ਚਾਹੀਦਾ ਕਿ ਜਿਹੜੇ ਵੀ ਇਹੋ ਜਿਹੇ ਅਨਸਰ ਨੇ ਉਹਨਾਂ ਦੇ ਖਿਲਾਫ ਬਹੁਤ ਸਖਤ ਕਾਰਵਾਈ ਹੋਵੇ ਜਾਂ ਫਿਰ ਕੋਈ ਨਾ ਕੋਈ ਚੀਜ਼ ਤਾਂ ਕੀਤੀ ਜਾਏ, ਨਹੀਂ ਤਾਂ ਇਹਦਾ ਉਜਾੜ ਕੇ ਰੱਖ ਦਿੱਤਾ ਗਿਆ। ਹਰ ਦੂਸਰੇ ਕਰਦੀ ਹੈ ਕਹਾਣੀਆਂ ਅਤੇ ਬੱਚਿਆਂ ਦੇ ਉੱਤੇ ਬਹੁਤ डिप्रेशन का होर माड़े असर पै रहे हैं। ऐसा है कि देखो कंपैटिबिलिटी इश्यूज सोसाइटी में हमने देखा ही है कि प्रॉब्लम क्रिएट करते हैं। जब एक लड़का और लड़की शादी करते हैं तो वो ये सोच के नहीं करते कि आगे को हमारे झगड़े होंगे और घर में प्रॉब्लम्स आएंगी, बट देखो और जो डोमेस्टिक वायलेंस है उसके भी कितने सारे कारण हैं। एक तो मतलब अल्कोहलिज्म भी एक बहुत बड़ा कंट्रीब्यूटिंग फैक्टर है। दोनों पति और पत्नी का जो मानसिक स्वास्थ्य है उसका वो भी एक बहुत बड़ा फैक्टर है कि आपके अगर अपने कुछ अंदर कुछ पर्सनालिटी प्रॉब्लम्स हैं तो वो आपके मैरिज में बाहर उभर के आ सकते हैं। तो मैं ये कहूँगी कि ये प्लान्ड नहीं होता है, बट अनफॉर्चुनेटली ये सोसाइटी में हम देख ही रहे हैं कि बहुत ज़्यादा पेशेंस भी कम हो गई है फैमिलीज़ में, मतलब टॉलरेंस भी बहुत कम है। और इसका आई थिंक सबसे बड़ा एक सल्यूशन ये हो सकता है कि शादी से पहले ही काउंसलिंग स्टार्ट की जाए। जो कपल शादी करने वाले जा रहे हैं उनकी काउंसलिंग हम कर सकते हैं कि क्या एक्सपेक्टेशंस आपको रखनी चाहिए और किस तरह जो है जिम्मेदारियां आने वाली हैं, किस तरह आप लोग मिल बांट के ये जिम्मेदारियां उठा सकते हो। क्योंकि अगर एक मेंटल प्रिपेयर्डनेस नहीं है शादी करने के लिए तो शादी नहीं करनी चाहिए। और बच्चा पैदा करना तो बहुत दूर की बात है, क्योंकि बच्चा भी एक जिम्मेदारी है। अगर आपके अंदर वो प्रिपेयर्डनेस नहीं है, अगर आप मैच्योर नहीं हो, अगर आपको लगता है कि ये जिम्मेदारियां आप नहीं उठा सकते तो डेफिनेटली ये आपके लिए ये नहीं है, नहीं करना चाहिए। लेकिन ये प्रिपेयर्ड नहीं होता है और कोई भी जानकर आई थिंक ये सब नहीं, ये हो जाता है। लोग नहीं समझते, ये अवेयरनेस आ रही है धीरे धीरे, बट लोग नहीं समझते कि घर में जब झगड़े होते हैं, लड़ाइयाँ होती हैं तो इसका क्या असर होता है बच्चों के ऊपर। तो इसका एक सबसे बड़ा आई थिंक जिम्मेदारी माँ बाप के ऊपर है कि वो एक बार घर में जब बच्चे हों तो वो सोच समझ के बात करें, बच्चों के सामने उनको सोच समझ के कुछ भी बोलें। उनको ये समझना चाहिए कि बच्चे के कान और आँख दोनों चीज़ें, मतलब वो बिल्कुल आँख भी खुले होकर वो माँ बाप को देख रहे हैं और कान भी उनके पूरे खुले हैं। तो या तो बाहर जाकर जो भी डिस्कशन करना चाहें करें। और एक हम रिस्पेक्टफुल कम्युनिकेशन के बारे में भी हम बात करते हैं कि हस्बैंड वाइफ जो है वो आराम से बात करें। अगर डिसएग्री भी करते हैं, अगर कोई बात है हस्बैंड की जो वाइफ को नहीं अच्छी लग रही है या वाइस वर्सा, आराम से भी तो बात हो सकती है। जब कपल्स मेरे पास काउंसलिंग के लिए आते हैं मैं उनको यही समझाती हूँ कि आप ज़रूरी है कि ऊंची आवाज़ में बात करनी है, ज़रूरी है कि आप लोगों ने गालियाँ देनी है या बुरी लैंग्वेज यूज़ करके बात करनी है। क्या हम एक अच्छे वे में आप अपने प्रॉब्लम्स को सॉल्व कर सकते हो। और अगर प्रॉब्लम्स को सॉल्व नहीं कर सकते तो फिर बेटर है कि जैसे आजकल हम देख रहे हैं कि डिवोर्स रेट भी काफ़ी बढ़ रहा है, तो लोग माँ बाप जो है वो डिसाइड ये कर लेते हैं, हस्बैंड वाइफ डिसाइड कर लेते हैं कि हम अलग हो जाएं। उसके अलग कॉन्सिक्वेंसेस और इफ़ेक्ट्स हम देखते हैं बच्चों की मानसिकता के ऊपर।
तो बट ओवरऑल मैंने देखा है कि जब डोमेस्टिक वायलेंस घर में होता है, बच्चे सहम जाते हैं, बच्चे डर जाते हैं, बच्चों के अंदर गिल्ट ये होता है कि हमारी वजह से माँ बाप लड़ रहे हैं। तो ये सब कुछ अवॉइड करने के लिए माँ बाप को, ये हस्बैंड वाइफ को सीखना चाहिए कि मैरिटल कॉन्फ्लिक्ट यानी झगड़ा, आपसी झगड़ा जो है, इसको कैसे सुलझाना है। और बच्चों के सामने तो डेफिनेटली बिल्कुल शांत और एक काम और अच्छी आवाज़ में एक दूसरे के साथ हो और एक रिस्पेक्टफुल कम्युनिकेशन एक दूसरे के साथ बात करें। ਜੀ ਸਰ, ਜਿਵੇਂ ਕਿ ਮੈਮ ਨੇ ਦੱਸਿਆ ਕਿ ਮਾਂ-ਬਾਪ ਅਲੱਗ ਵੀ ਹੋ ਜਾਂਦੇ ਨੇ, ਚਲੋ ਲੜਾਈ ਝਗੜਾ ਘਰ ਦੇ ਵਿੱਚ ਹੁੰਦਾ ਹੈ, ਉੱਥੇ ਫਿਰ ਵੀ ਇੱਕ ਹੋਪ ਰਹਿੰਦੀ ਹੈ ਕਿ ਚਲੋ ਆਪਾਂ ਸੁਲਝਾ ਵੀ ਲਵਾਂਗੇ, ਬੱਚੇ ਵੀ ਸਮਝ ਜਾਣਗੇ। ਪਰ ਜਿਹੜੇ ਮਾਂ-ਬਾਪ ਅਲੱਗ ਹੋ ਜਾਂਦੇ ਨੇ, ਡਿਵੋਰਸ ਹੋ ਜਾਂਦਾ ਹੈ, ਉਹਨਾਂ ਬੱਚਿਆਂ ਦੀ ਮਾਨਸਿਕਤਾ 'ਤੇ ਕਿੰਨਾ ਕੁ ਜ਼ਿਆਦਾ ਅਸਰ ਪੈਂਦਾ ਹੈ? ਕਿਉਂਕਿ ਬੱਚਾ ਮਾਂ-ਬਾਪ ਦੇ ਨਾਲ ਨਹੀਂ ਰਹਿ ਰਿਹਾ, ਜਾਂ ਤਾਂ ਉਹ ਮਾਂ ਦੇ ਨਾਲ ਹੈ ਜਾਂ ਤਾਂ ਆਪਣੇ ਪਿਤਾ ਦੇ ਨਾਲ ਹੈ। ਸੋ ਉਸ ਦਾ ਜਿਹੜੇ ਉਹ ਵਾਲੇ ਕੇਸਿਸ ਨੇ ਉਹ ਕਿੰਨੇ ਕੁ ਅਲੱਗ ਨੇ ਉਹਨਾਂ ਬੱਚਿਆਂ ਦੇ ਕੇਸਿਸ ਤੋਂ ਜਿਹੜੇ ਮਾਂ-ਬਾਪ ਦੇ ਝਗੜਿਆਂ ਤੋਂ ਡਿਪਰੈਸ਼ਨ 'ਚ ਗਏ ਨੇ? ਕੇਸਿਸ ਦੇਖੋ, ਜਿਹੜੇ ਬੱਚੇ ਨਿਊਲੀ ਮੈਰਿਡ ਹੁੰਦੇ ਆ, ਹਾਦੀ ਦੀ ਗੱਲ ਜੇ ਇਹ ਡਿਵੋਰਸ ਕੇਸਿਸ ਦੀ ਗੱਲ ਕਰਾਂ 7-8 ਸਾਲ ਦੇ ਵਿੱਚ ਜੋ ਹੋਏ, ਤਾਂ ਜਿਹੜਾ ਬੱਚਾ ਛੋਟਾ ਆ ਉੱਤੇ ਬਹੁਤ ਜ਼ਿਆਦਾ ਫਰਕ ਪੈਂਦਾ। ਉਹ ਸੋਚਦਾ ਮੈਂ ਕਿਹਦੇ ਕੋਲ ਜਾਵਾਂ, ਮਾਂ ਦੇ ਕੋਲ ਜਾਂ ਆਪਣੇ ਪਿਓ ਦੇ ਕੋਲ, ਕਿਉਂਕਿ ਉਹਲੇ ਤਾਂ ਦੋਨੋਂ ਬਰਾਬਰ। ਬਟ ਸਭ ਤੋਂ ਜ਼ਿਆਦਾ ਔਖਾ ਹੁੰਦਾ ਜਿਹੜੇ ਬੱਚੇ ਛੋਟੇ ਆ। ਜੀ, ਆਪਾਂ ਦੇਖੀਏ ਜਦੋਂ ਛੋਟਾ ਬੱਚਾ ਹੁੰਦਾ, ਨਿਊਲੀ ਬੋਰਨ, ਆਪਾਂ 1 ਸਾਲ ਦਾ ਬੱਚਾ ਹੁੰਦਾ, ਆਪਣੀ ਮਾਂ ਕੋਲ ਜਦੋਂ ਬੈਠਦਾ ਨਾ, ਉਹਦੇ ਜੋ ਇੰਪ੍ਰੈਸ਼ਨ ਦੇਖਦਾ ਉਹ ਬਹੁਤ ਸਾਈਡ ਆ, ਤੇ ਬੱਚਾ ਵੀ ਉਹ ਫੀਲ ਕਰ ਲੈਂਦਾ। ਤੇ ਕਦੀ ਕਦੀ ਇਹੋ ਜਿਹੀਆਂ ਦਿਲ ਦੀਆਂ ਧਾਰਾਂ ਜੋ ਆਪਾਂ ਕਹਿੰਦੇ ਜੁੜੀਆਂ ਹੁੰਦੀਆਂ ਨੇ ਬੱਚਿਆਂ ਦੀਆਂ, ਤੇ ਉਹ ਬੱਚੇ ਦੇ ਮੈਂਟਲ ਤੇ ਬਹੁਤ ਫਰਕ ਪੈਂਦਾ। ਉਹ ਉਦਾਸ ਰਹਿਣਾ ਸ਼ੁਰੂ ਹੋ ਜਾਊਗਾ, ਉਹ ਅਲੱਗ ਰਹਿਣਾ ਸ਼ੁਰੂ ਹੋ ਜਾਊਗਾ, ਤੇ ਉਹ ਪੂਰੀ ਜ਼ਿੰਦਗੀ ਆਹੀ ਚੀਜ਼ ਚੱਲਦਾ ਰਹੂਗਾ। ਫਿਰ ਛੋਟਿਆਂ ਦੇ ਅਸਰ ਜਦੋਂ ਹੋਣਾ ਉਹ ਪੂਰੀ ਜ਼ਿੰਦਗੀ ਰਹੂਗਾ। ਇਹਨਾਂ ਨੇ ਆਡੀਅנס ਨੇ ਕੁਐਸਚਨ ਪੁੱਟ ਕੀਤਾ, ਅੱਗੇ ਜਾ ਕੇ ਫਿਊਚਰ ਵੀ ਬੱਚਾ ਸੇਮ ਉਹੀ ਚੀਜ਼ ਗਲਤੀ ਦੁਹਰਾਊਗਾ। ਜੋ ਛੋਟੇ ਦੇ ਅਸਰ ਹੋਇਆ ਤਾਂ ਵੱਡਾ ਸਮਝ ਸਕਦਾ, ਵੱਡਾ ਆਪਣੀ ਲਾਈਫ ਨੂੰ ਸੈਟਲ ਕਰ ਸਕਦਾ। ਛੋਟਿਆਂ ਤੇ ਕੇਸਿਸ ਜ਼ਿਆਦਾ ਵਧਣ ਦੇ, ਵੱਡੇ ਏਜ ਹੋਣ ਦੇ ਕਾਰਨ ਅਕਸਰ ਮਾਂ ਆਪਣੇ ਆਪ ਨੂੰ ਸੰਭਾਲ ਲੈਂਦੀ ਹੈ, ਕਿਉਂ ਬੱਚਿਆਂ ਦਾ ਸੋਚ ਲੈਂਦੀ ਹੈ। ਬਟ ਕਦੀ ਕਦੀ ਅਲੱਗ ਹੋਣਾ ਪੈਂਦਾ, ਸਰਕਮਸਟੈਂਸਿਸ ਹੋ ਜਾਂਦੇ ਆ, ਬੱਚੇ ਨੂੰ ਵੀ ਅਲੱਗ ਹੋਣਾ ਪੈਂਦਾ ਮਾਪਿਆਂ ਤੋਂ। ਜੀ, ਸੋ ਆਡੀਅנס ਦੇ ਇਸ ਸਵਾਲ ਦੇ ਨਾਲ ਕਿਤੇ ਨਾ ਕਿਤੇ ਸਾਨੂੰ ਇੱਕ ਸਿਗਨਲ ਵੀ ਮਿਲ ਰਿਹਾ ਹੈ ਕਿ ਬੱਚਿਆਂ ਦਾ ਨਾ ਵਿਆਹ ਦੇ ਉੱਤੋਂ ਵਿਸ਼ਵਾਸ ਉੱਠ ਰਿਹਾ ਹੈ। ਸੋ ਇਹ ਜ਼ਿੰਮੇਵਾਰੀ ਮਾਂ-ਬਾਪ ਦੀ ਬਣਦੀ ਹੈ ਕਿ ਆਪਸ ਦੇ ਵਿੱਚ ਜੋ ਵੀ ਲੜਾਈ ਝਗੜੇ ਨੇ, ਡਿਸਪਿਊਟਸ ਜੋ ਵੀ ਹੁੰਦੇ ਨੇ, ਉਹਨਾਂ ਨੂੰ ਆਰਾਮ ਨਾਲ ਬੈਠ ਕੇ ਸੁਲਝਾਇਆ ਜਾਵੇ ਔਰ ਤਲਾਕ ਤੱਕ ਦੀ ਨੌਬਤ ਤਾਂ ਆਵੇ ਹੀ ਨਾ। ਮੈਮ, ਤੁਸੀਂ ਪੇਰੈਂਟਸ ਟ੍ਰੇਨਿੰਗ ਪ੍ਰੋਗਰਾਮ ਚਲਾਉਂਦੇ ਹੋ, ਇਸ ਦੇ ਬਾਰੇ ਸਾਨੂੰ ਥੋੜੀ ਜਾਣਕਾਰੀ ਦਿਓ ਕਿ ਆਖਿਰ ਇਸ ਟ੍ਰੇਨਿੰਗ ਦੇ ਵਿੱਚ ਤੁਸੀਂ ਕੀ ਟ੍ਰੇਨਿੰਗ ਦਿੰਦੇ ਹੋ? ਅਸੈਂਸ਼ਲੀ ਤਾਂ ਟ੍ਰੇਨਿੰਗ ਇਹ ਹੁੰਦੀ ਹੈ ਕਿ ਅਸੀਂ ਆਪਣੇ ਸਪੈਸ਼ਲ ਬੱਚੇ ਨੂੰ ਸਾਹਮਣਾ ਕਿੱਦਾਂ ਹੈ, ਬਟ ਡੈਫੀਨਿਟਲੀ ਇੱਕ ਸਪੈਸ਼ਲ ਅਸੀਂ ਪ੍ਰੋਗਰਾਮ ਚਲਾਉਂਦੇ ਨੇ ਜਿਹਦੇ 'ਚ ਸਾਡੇ ਫੈਮਿਲੀ ਗਰੁੱਪਸ ਜੁੜੇ ਹੋਏ ਆ, ਐਂਡ ਉਹਦੇ 'ਚ ਮੇਰੇ ਹਸਬੈਂਡ ਤੇ ਮੈਂ ਇਕੁਅਲ ਪਾਰਟਿਸਿਪੇਟ ਕਰਦੇ। ਉੱਥੇ ਅਸੀਂ ਸਾਰਿਆਂ ਨੂੰ ਦੱਸਦੇ ਕਿ ਦੇਖੋ ਲੜਾਈ ਝਗੜਾ ਹਰ ਘਰ 'ਚ ਹੁੰਦਾ ਹੈ, ਸਾਨੂੰ ਆਪਣਾ ਇੱਕ ਤਰੀਕਾ ਬਣਾਉਣਾ ਹੈ ਜੀ, ਹਸਬੈਂਡ ਵਾਈਫ ਨੇ ਮਿਲ ਕੇ, ਕਿ ਉਹਨੂੰ ਸੁਲਝਾਉਣਾ ਕਿੱਦਾਂ ਹੈ ਜੀ। ਹਰ ਇੱਕ ਲਾਈਫ 'ਚ ਸਟ੍ਰੈਸ ਵੀ ਹੁੰਦਾ ਹੈ, ਬੱਚਿਆਂ ਦਾ ਵੀ ਸਟ੍ਰੈਸ ਹੁੰਦਾ ਹੈ, ਬਟ ਇੱਕ ਜੇ ਅਸੀਂ ਰੂਲ ਬਣਾ ਲਈਏ, ਇਹ ਸੁਝਾਅ ਅਸੀਂ ਐਜ਼ ਹਸਬੈਂਡ ਵਾਈਫ ਦਿੰਦੇ ਆ ਬਾਕੀ ਫੈਮਲੀਜ਼ ਨੂੰ, ਕਿ ਇੱਕ ਅਸੀਂ ਰੂਲ ਬਣਾ ਲਈਏ ਕਿ ਅਸੀਂ ਬੱਚੇ ਦੇ ਸਾਹਮਣੇ ਲੜਾਈ ਨਹੀਂ ਕਰਨੀ, ਕਮਰੇ 'ਚ ਜਾ ਕੇ ਤੁਸੀਂ ਆਪ ਸੁਲਝਾਓ। ਜੇ ਕਦੇ ਇੱਦਾਂ ਦਾ ਪੁਆਇੰਟ ਆਉਂਦਾ ਹੈ ਕਿ ਮੁਸ਼ਕਿਲ ਆ ਰਹੀ ਹੈ ਜੀ, ਅਸੀਂ ਹਮੇਸ਼ਾ ਕਹਿੰਦੇ ਇੱਕ ਹੈਲਦੀ ਲਾਈਫ ਲਿਵ ਕਰੋ, ਆਪਣੇ ਫਰੈਂਡਸ ਰੱਖੋ, ਆਪਣੇ ਫਰੈਂਡਸ ਨਾਲ ਡਿਸਕਸ ਕਰੋ ਆਪਣਾ ਸਟ੍ਰੈਸ, ਯੂ نو ਜਿਹੜੇ ਤੁਹਾਨੂੰ ਅੱਛਾ ਗਾਈਡ ਕਰਦੇ ਨੇ। ਜਦੋਂ ਬਾਹਰ ਕਈ ਵਾਰੀ ਸਟ੍ਰੈਸ ਖਤਮ ਹੋ ਜਾਂਦਾ, ਤੁਸੀਂ ਫਰੈਸ਼ ਆ ਕੇ ਦੁਬਾਰਾ ਗੱਲ ਵੀ ਕਰ ਸਕਦੇ ਹੋ। ਐਂਡ ਜੇ ਕਦੇ ਵੀ ਜ਼ਰੂਰਤ ਪਏ ਤੇ ਅਸੀਂ ਹਮੇਸ਼ਾ ਹਰ ਮਾਂ-ਬਾਪ ਨੂੰ ਕਹਿੰਦੇ ਆ, ਜਿਹੜੀ ਮੈਰਿਜ ਕਾਉਂਸਲਿੰਗ ਪਲਵੀ ਜੀ ਗੱਲ ਕਰ ਰਹੇ ਸੀ, ਬਹੁਤ ਇਫੈਕਟਿਵ ਹੈ ਮੀਡੀਏਸ਼ਨ, ਮੈਰਿਜ ਕਾਉਂਸਲਿੰਗ। ਜਦੋਂ ਲੱਗੇ ਕਿ ਹੁਣ ਸਟ੍ਰੈਸ ਆਪ ਨਹੀਂ ਹੈਂਡਲ ਹੋ ਪਾ ਰਿਹਾ, ਇਸ ਚੀਜ਼ ਲਈ ਓਪਨ ਰਹਿਣਾ। ਤੇ ਸਭ ਤੋਂ ਪਹਿਲਾਂ ਮੈਂ ਤੇ ਮੇਰੇ ਹਸਬੈਂਡ ਹੀ ਇਸ ਚੀਜ਼ ਲਈ ਤਿਆਰ ਹੋਏ ਸੀ ਕਿ ਜਦੋਂ ਕਦੇ ਲੋੜ ਪਏ ਅਸੀਂ ਜ਼ਰੂਰ ਇੱਕ ਕਾਉਂਸਲਰ ਕੋਲ ਜਾਵਾਂਗੇ, ਬਟ ਆਪਾਂ ਇੱਕ ਸਟਰੋਂਗ ਯੂਨਿਟ ਬਣਾ ਕੇ ਰੱਖਣੀ ਹੈ। ਤੇ ਉਤਾਰ ਚੜਾਵ ਆਉਂਦੇ ਨੇ, ਥੋੜੇ ਦਿਨ ਵੀ ਇਦਾਂ ਦੇ ਨਿਕਲਦੇ, ਜਿਹਨੂੰ ਕਹਿੰਦੇ ਆ ਫੇਜ਼, ਇੱਕ ਦਿਨ ਵੀ ਇਦਾਂ ਦੇ ਨਿਕਲਦੇ ਆ ਸ਼ਾਇਦ, ਜਦੋਂ ਥੋੜਾ ਕਹਿ ਲਓ ਇੱਕ ਦੂਜੇ ਤੋਂ ਵੱਖਰਾ ਟਾਈਮ ਵੀ ਚਾਹੀਦਾ ਹੈ। ਤੇ ਉਹ ਸਭ ਇੱਕ ਹੈਲਦੀ ਤਰੀਕੇ ਨਾਲ ਹੋ ਸਕਦਾ ਹੈ।
ਕਦੇ ਇਦਾਂ ਦੀ ਨੌਬਤ ਆਵੇ ਵੀ, ਜਿੱਦਾਂ ਸਾਡੇ ਕੋਲ ਵੀ ਬਹੁਤ ਸਿੰਗਲ ਮਦਰਸ ਆਉਂਦੀਆਂ ਨੇ, ਸਿੰਗਲ ਫਾਦਰਸ ਆਉਂਦੇ ਨੇ, ਅਸੀਂ ਉਹਨਾਂ ਨੂੰ ਇੱਕੋ ਗੱਲ ਦੱਸਦੇ ਹਾਂ ਕਿ ਤੁਹਾਡੇ ਵਿੱਚ ਜੋ ਵੀ ਹੈ ਉਹਦੇ 'ਚ ਬੱਚੇ ਨੂੰ ਨਾ ਤੁਸੀਂ ਖਿੱਚੋ, ਯੂ نو ਬੱਚੇ ਨੂੰ ਤੁਸੀਂ ਦੋਨੋਂ ਜੋ ਦੇ ਸਕਦੇ ਹੋ, ਪਿਆਰ ਦੇਵੋ, ਚਾਹੇ ਵੱਖਰਾ ਵੱਖਰਾ ਦੇਵੋ, ਉਹ ਵੀ ਇੱਕ ਹੈਲਦੀ ਪੈਟਰਨ ਬਣ ਸਕਦਾ ਹੈ ਕਿ ਤੁਸੀਂ ਇਕੱਠੇ ਮਿਲ ਕੇ ਕਿਸੇ ਡਿਨਰ ਤੇ ਵੀ ਜਾ ਸਕਦੇ ਹੋ ਜੀ, ਵੱਖਰੇ ਰਹਿੰਦੇ ਹੋ ਕੋਈ ਗੱਲ ਨਹੀਂ, ਲੇਕਿਨ ਜੇ ਮਤਲਬ ਉਹ ਚੀਜ਼ ਨਹੀਂ ਅਵੋਇਡ ਕਰ ਪਾਏ, ਬਟ ਜਦੋਂ ਜਾਂਦੇ ਹੋ ਤਾਂ ਬੱਚੇ ਨੂੰ ਇਹ ਦਿਖਾਓ ਕਿ ਅਸੀਂ ਹੈਲਦੀ ਐਟਮੋਸਫੇਅਰ ਕ੍ਰੀਏਟ ਕਰ ਸਕਦੇ ਹਾਂ ਤੇ ਬੱਚੇ ਨੂੰ ਇਹ ਅਹਿਸਾਸ ਦਿਲਾਓ ਤੁਸੀਂ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੋ। ਤੇ ਕੁਝ ਚੀਜ਼ਾਂ ਕੋਪ ਹੋ ਸਕਦੀਆਂ, ਨੋ ਡਾਊਟ, ਜਿੱਦਾਂ ਉਹ ਕਹਿ ਰਹੇ ਸੀ ਕਿ ਡਿਵੋਰਸ ਈਜ਼ੀ ਨਹੀਂ ਹੈ ਕਿਸੇ ਬੱਚੇ ਲਈ ਵੀ, ਲੇਕਿਨ ਸ਼ਾਇਦ ਇਹ ਚੀਜ਼ ਥੋੜਾ ਜਿਹਾ ਉਸ ਚੀਜ਼ ਨੂੰ ਕਵਰ ਅਪ ਕਰ ਸਕਦੀ ਹੈ। ਮੈਮ ਪਹਿਲਾਂ ਜ਼ਮਾਨੇ ਹੁੰਦੇ ਸੀਗੇ ਕਿ ਮਾਂ-ਬਾਪ ਵਿੱਚੋਂ ਸਿਰਫ ਬਾਪ ਹੁੰਦਾ ਸੀ ਜੋ ਕਮਾਉਣ ਲਈ ਬਾਹਰ ਜਾਂਦਾ ਸੀਗਾ, ਹੈ ਨਾ, ਪਰ ਅੱਜ ਕੱਲ੍ਹ ਮਾਂ ਵੀ ਵਰਕਿੰਗ ਹੈ, ਸੋ ਬੜਾ ਹੀ ਇਹ ਦੇਖਿਆ ਗਿਆ ਹੈ ਕਿ ਬੱਚੇ ਨੂੰ ਨਾ ਟਾਈਮ ਨਹੀਂ ਦੇ ਪਾਉਂਦੇ ਨੇ। ਸੋ ਇਸ ਤਰ੍ਹਾਂ ਦੇ ਕੇਸਿਸ ਦੇ ਵਿੱਚ ਬੱਚੇ ਦਾ ਡਿਪਰੈਸ਼ਨ ਦੇ ਵਿੱਚ ਜਾਣਾ ਕਿੰਨਾ ਕੁ ਜ਼ਿਆਦਾ ਹੈ, ਇਹ ਚਾਂसेस ਕਿੰਨੇ ਜ਼ਿਆਦਾ ਹੁੰਦੇ ਨੇ? बहुत अच्छा सवाल पूछा आपने। ये जो फैमिलीज़ में टाइम हम एक दूसरे को दे रहे हैं और टाइम एक दूसरे के साथ स्पेंड कर रहे हैं, ये बहुत कम होता जा रहा है। एक तो ये है कि हाँ, माँ बाप को दोनों को बाहर जाके पैसे कमाने हैं और पैसे कमाने लिए आजकल सिर्फ फादर नहीं जाता है, मदर भी जाती है, तो ये तो अब हर फैमिली में ही हम देख रहे हैं। टाइम जो हमारा इतना जो लिमिटेड रह गया है, उसमें हम ये कहते हैं कि जो क्वालिटी है कम्युनिकेशन की, अगर क्वांटिटी नहीं है लेकिन क्वालिटी के ऊपर हम थोड़ा फोकस कर सकते हैं। प्रॉब्लम अब ये हो गया है कि जब हम घर आते हैं तो भी सब अपने अपने मोबाइल में लगे रहते हैं और आई थिंक इकट्ठे बैठ के खाना खाना ये भी बहुत अब कम हो चुका है फैमिलीज़ में। सब के रूम्स में अलग अलग टीवी लगे हैं या सब अपने मोबाइल पे रहते हैं, तो बच्चों के साथ समय देना, बच्चों को टाइम के साथ उनसे पूछना कि उनका दिन कैसा था, उनको कोई प्रॉब्लम तो नहीं है, या सिर्फ बैठ के सुनना बस। आई थिंक ये जो एक सुनने की जो बात है ना, ये आजकल टाइम ही नहीं है किसी के पास किसी की बात सुनने का। कितने लोग हैं जिनके दिल में इतनी सारी बातें हैं लेकिन वो कहते हैं कि कौन हमारी बात सुनेगा। और जब हम सुनने की बात कर रहे हैं तो हम एक्टिव लिसनिंग की बात कर रहे हैं। एक्टिव लिसनिंग का मतलब है कि पूरा ध्यान आपकी तरफ हो, यानी मेरा कहीं भी और ध्यान ना हो। जो मदर है वापस आके भी अगर उसका यही ध्यान है कि शाम को खाने में क्या बनना है, या हमने बाहर कोई पार्टी में जाना है, या किसी ने हमारे घर आना है, या कल हमने काम पे क्या करना है, अगर आपका ध्यान कहीं और है तो फिर आप एक्टिव लिसनिंग नहीं कर रहे हैं। लेकिन अगर आप बच्चे को ध्यान से सुनेंगे, चाहे दिन के 15 या 20 मिनट आप बच्चे को पूरा दीजिए, उससे भी बहुत सारी ये जो हम अकेलेपन की प्रॉब्लम्स या हम डिप्रेशन या मेंटल हेल्थ की प्रॉब्लम्स बच्चों में देख रहे हैं, और जो स्पेशली ये जो हम ग्रुप देख रहे हैं ना 13 से और 18-20 का जो ग्रुप है, इनमें वैसे क्योंकि कितने हार्मोनल चेंजेस है, कितनी सारी और डेवलपमेंटल चैलेंजेस हैं, उनमें एक आइडेंटिटी बन रही है, उनका सेल्फ एस्टीम बन रहा है, तो अगर उनको हम टाइम नहीं देंगे तो डेफिनेटली एक बहुत बड़ी प्रॉब्लम क्रिएट होने वाली है और हो चुकी है मेरे हिसाब से। क्योंकि फैमिली कम्युनिकेशन बहुत ज़्यादा एक निगलेक्टेड फील्ड है और हम रियलाइज़ नहीं कर रहे हैं, हमें ध्यान हम इस बात पे नहीं देते हैं कि हमने एक दूसरे को आज कितना टाइम दिया और इस टाइम की क्वालिटी कैसी थी, ये कितना हमने अपना पूरा 100% ध्यान अपने फैमिली मेम्बर को दिया है और उसको समझा है। क्योंकि जब बच्चे मेरे पास काउंसलिंग के लिए आते हैं तो वो यही कहते हैं कि या तो हमें डर लगता है माँ बाप से, या फिर इतने टाइम से बात नहीं करी तो समझ नहीं आता शुरू कहाँ से करें जी, तो एक बहुत लंबा गैप पड़ जाता है। तो ताकि ये कम्युनिकेशन ऑब्स्टिकल्स ना आए और गैप ना पड़े, तो ये इम्पॉर्टेंट है कि चाहे आप वर्किंग भी हैं तो भी अपना शाम को आकर मोबाइल स्विच ऑफ करिए, टीवी की तरफ ध्यान मत दीजिए, खाना क्या बनना है उसकी तरफ ध्यान कम से कम दीजिए, लेकिन एक दूसरे के साथ
जो गलबात है, जो शेयरिंग है, जो कम्युनिकेशन है, इस पे बहुत ध्यान दीजिए। ਬਿਲਕੁਲ ਅਸੀਂ ਘਰ ਦੇ ਵਿੱਚ ਵੀ ਕਈ ਵਾਰ ਸਾਡੇ ਬਜ਼ੁਰਗਾਂ ਨੂੰ ਕਹਿੰਦੇ ਹੋਏ ਸੁਣਿਆ ਹੈ ਕਿ ਹਰੇਕ ਲੜਾਈ ਝਗੜੇ ਦੀ ਕਲੇਸ਼ ਦੀ ਵਜ੍ਹਾ ਹੀ ਇਹ ਮੋਬਾਈਲ ਫੋਨ ਹੈ। ਸੋ ਮੋਬਾਈਲ ਫੋਨ ਦਾ ਜਿੰਨਾ ਇਸਤੇਮਾਲ ਘੱਟ ਕੀਤਾ ਜਾ ਸਕੇ ਉਨਾ ਹੀ ਜ਼ਿਆਦਾ ਬੈਟਰ ਹੈ। ਜ਼ਿਆਦਾ ਟਾਈਮ ਆਪਣੀ ਫੈਮਿਲੀ ਨੂੰ ਦਿਓ, ਆਪਣੇ ਬੱਚਿਆਂ ਨੂੰ ਦਿਓ, ਤਾਂ ਕਿ ਉਹਨਾਂ ਦੇ ਵਿੱਚ ਵੀ ਇਹ ਚੀਜ਼ ਨਾ ਆਵੇ ਕਿ ਸਾਡੇ ਮਾਪੇ ਸਾਨੂੰ ਸਮਾਂ ਨਹੀਂ ਦੇ ਰਹੇ ਨੇ ਜਾਂ ਸਾਡੇ ਲਈ ਕੁਝ ਵੀ ਨਹੀਂ ਕਰ ਰਹੇ ਨੇ। ਸੋ ਆਡੀਅנס ਤੋਂ ਸਵਾਲ ਲੈ ਲੈਂਦੇ ਹਾਂ ਅਸੀਂ ਇੱਕ ਹੋਰ। ਸਤਿ ਸ਼੍ਰੀ ਅਕਾਲ ਮੈਮ, ਮੇਰਾ ਨਾਮ ਦਿਵਿਆਂਸ਼ੀ ਹੈ। ਜਿੱਦਾਂ ਸਰ ਨੇ ਵੀ ਕਿਹਾ ਤੇ ਮੈਮ ਨੇ ਵੀ ਕਿਹਾ ਕਿ ਅੱਜ ਕੱਲ੍ਹ ਡਿਵੋਰਸ ਕੇਸਿਸ ਬਹੁਤ ਜ਼ਿਆਦਾ ਵੱਧ ਰਹੇ ਨੇ। ਤਾਂ ਡਿਵੋਰਸ ਪੇਰੈਂਟਸ ਵਿੱਚ ਹੁੰਦਾ ਹੈ, ਇੱਕ ਹਸਬੈਂਡ ਤੇ ਵਾਈਫ ਵਿੱਚ ਹੁੰਦਾ ਹੈ। ਬੱਚਿਆਂ ਦੇ ਨਾਲ ਪੇਰੈਂਟਸ ਦਾ ਕਦੇ ਡਿਵੋਰਸ ਨਹੀਂ ਹੁੰਦਾ। ਤਾਂ ਬੱਚਿਆਂ ਨੂੰ ਇਹ ਆਪਸ਼ਨ ਦਿੱਤੀ ਜਾਂਦੀ ਹੈ ਕਿ ਦੋਨਾਂ ਵਿੱਚੋਂ ਇੱਕ ਨੂੰ ਚੂਜ਼ ਕਰੋ, ਜਾਂ ਤੇ ਮਾਂ ਨੂੰ ਚੂਜ਼ ਕਰੋ ਜਾਂ ਬਾਪ ਨੂੰ ਚੂਜ਼ ਕਰੋ। ਤੇ ਉਹ ਇਸ ਟਾਈਮ ਕਿਹਨੂੰ ਚੂਜ਼ ਕਰਨ? ਉਹਨਾਂ ਨੂੰ ਮਾਂ ਵੀ ਉਨੀ ਪਿਆਰੀ ਹੈ ਤੇ ਬਾਪ ਵੀ। आई थिंक 18 साल तक माँ को प्रेफर किया जाता है। 18 साल के बाद जब बच्चा बालिग हो जाता है तब उसको चॉइस दी जाती है कि उसने पिता के साथ रहना है या माँ के साथ रहना है। बट मैं बहुत सारे केसेस, मैरिटल कॉन्फ्लिक्ट के केसेस जब मैं जानती हूँ, और मैं ये बहुत कॉन्फिडेंस के साथ कह सकती हूँ कि कई केसेस में फादर जो है वो ज़्यादा लविंग और ज़्यादा उन्होंने एक टाइम दिया है बच्चों को। तो कभी कभी मुझे लगता है कि जो पुरुष जाति है ना, उनके साथ बहुत नाइंसाफ़ी होती है। तो लेकिन हाँ, ये एक बच्चों को चॉइस दिया जाता है। कभी कभी आई थिंक म्यूचुअल अंडरस्टैंडिंग कपल में होता है कि अगर हम अलग हो रहे हैं तो बच्चा किसके पास पले, और बच्चे के लिए कौन सा घर जो है वो ज़्यादा सूटेबल है। कई दफ़ा होता है कि दादा दादी घर में होते हैं तो प्रेफरेंस दी जाती है कि घर में ग्रैंड पेरेंट्स हैं तो फादर के साथ ही बच्चा रहे। बट ये डेफिनेटली एक इंडिविजुअल चॉइस है। हर फैमिली, मुझे लगता है जो कपल जो अलग हो रहा है उनको बैठ के ये देखना चाहिए कि बच्चे के सबसे ज़्यादा फेवर में किसके पास रहना जो है वो चाहिए बच्चे को। और जब बच्चा 18 वर्ष का हो जाता है फिर तो उसको चॉइस मिलती है, वो खुद चूज़ कर सकता है। आई नो इट्स अ वेरी बहुत मुश्किल चॉइस है। हाँ जी, बहुत। बट अगर एक रिस्पेक्ट के साथ और बिना झगड़े के और बिना कुछ अनप्लेजेंटनेस के अगर कपल डिसाइड करता है अलग होने का, जो म्यूचुअल कंसेंट के साथ डिवोर्सेस होते हैं, मैंने देखा है इनफैक्ट बहुत एक हेल्दी और अच्छे तरीके से जब होते हैं तो बच्चे के ऊपर उसका प्रभाव भी बहुत पॉजिटिव रहता है। उसको पता है कि ये मेरे फादर है, ये मेरे मदर है, और ये रिश्ता तो हमारा अटूट है, कभी बदलने वाला नहीं है। तो बट यही है कि ये डिवोर्स भी बहुत मैच्योरली और सेंसिबली और सेंसिटिविटी के साथ हैंडल करना चाहिए। ਇਹਦੇ 'ਚ ਤਿੰਨ ਚੀਜ਼ਾਂ ਆਪਾਂ ਐਡਪ ਕਰਾਂਗੇ। ਇੱਕ ਤਾਂ ਆਪਾਂ ਮੈਮ ਨੇ ਕਿਹਾ ਕਿ 18 ਤੋਂ ਪਹਿਲੇ ਜੋ ਬੱਚਾ ਹੈ ਆਪਣੀ ਮਦਰ ਕੋਲ ਰਹਿਣਾ ਚਾਹੀਦਾ। ਆਪਾਂ ਜੇ ਲੀਗਲੀ ਵੇ ਨਾਲ ਗੱਲ ਕਰੀਏ ਦੈਨ ਸਭ ਕੁਝ ਇਹ ਕਹਿੰਦਾ ਜੋ ਅਰਨਿੰਗ ਆ ਜੋ ਬੱਚੇ ਟੇਕ ਕੇਅਰ ਕਰ ਪਾਏਗਾ ਬੱਚਾ ਉਹਨੂੰ ਹੈਂਡ ਓਵਰ ਕਰਦੇ। ਸੈਕਿੰਡਲੀ ਅਗਰ ਬੱਚਾ ਮੈਚਿਓਰ ਆ ਉਹ ਆਪਣੇ ਸਭ ਤੋਂ ਪਹਿਲੇ ਫਾਦਰ ਜਾਂ ਮਦਰ ਨੂੰ ਅਲੱਗ ਹੀ ਨਹੀਂ ਹੋਣ ਦੇਗਾ, ਬਿਕੋਜ਼ ਉਹ ਦੋਨੋਂ ਨੂੰ ਆਪੋਜ਼ਿਟ ਰੱਖਣਾ ਚਾਹੁੰਦਾ ਹੀ ਨਹੀਂ, ਉਹ ਦੋਨਾਂ ਨੂੰ ਇਕੁਅਲੀ ਪਿਆਰ ਕਰਦਾ। ਥਰਡਲੀ ਅਗਰ ਕੁਐਸਚਨ ਹੈਗਾ ਕਿ ਆਪਾਂ ਉਹ ਅਲੱਗ ਕਿੱਥੋਂ ਜਾਵੇ, ਅਗਰ ਹਸਬੈਂਡ ਵਾਈਫ ਦਾ ਦੋਨਾਂ ਦਾ ਡਿਵੋਰਸ ਹੋ ਜਾਂਦਾ ਆ ਤੇ ਕਿਹੋ ਜਿਹੇ ਇਹੋ ਸਾਨੂੰ ਮਿਲ ਜਾਂਦੇ ਆ ਕਿ ਬੱਚੇ ਫਾਦਰ ਨੂੰ ਵੀ ਮਿਲ ਰਹੇ ਆ ਤੇ ਮਦਰ ਨੂੰ ਵੀ ਮਿਲ ਰਹੇ ਆ। ਉੱਥੇ ਹੋ ਗਈ ਅੰਡਰਸਟੈਂਡਿੰਗ। ਅਗਰ ਅੰਡਰਸਟੈਂਡਿੰਗ ਹੈ ਤਾਂ ਤਿੰਨੋਂ ਹੈਪੀਲੀ ਆ। ਕਈ ਵਾਰ ਦੋ ਬੱਚੇ ਵੀ ਹੁੰਦੇ ਆ ਤੇ ਉਹ ਕਿਤੇ ਜਾਣ, ਇੱਕ ਫਾਦਰ ਕੋ ਰਹਿੰਦਾ ਇੱਕ ਮਦਰ ਕੋ ਰਹਿੰਦਾ, ਬਟ ਬੱਚਾ ਕਦੀ ਕਦੀ ਫਾਦਰ ਔਰ ਮਦਰ ਲਵ ਨੂੰ ਤਰਸ ਜਾਂਦਾ ਹੈ। ਤਾਂ ਇੱਥੇ ਬੱਚਾ ਅਗਰ ਖੁਦ ਅੰਡਰਸਟੈਂਡੇਬਲ ਹੋਵੇ ਤੇ ਉਹ ਦੋਨਾਂ ਨੂੰ ਅਲੱਗ ਹੀ ਨਾ ਹੋਣ ਦੇਵੇ। ਹਾਂ, ਸਿਚੁਏਸ਼ਨ ਕਦੀ ਬਹੁਤ ਜ਼ਿਆਦਾ ਚਲੇ ਗਈ ਆ ਫਿਰ ਉਹ ਇੱਦਾਂ ਦੀ ਸਿਚੁਏਸ਼ਨ ਹੋ ਸਕਦੀ ਹੈ ਆਫਟਰ ਡਿਵੋਰਸ ਉਹ ਹਸਬੈਂਡ ਨੂੰ ਵੀ ਮਿਲੇ, ਸੌਰੀ ਫਾਦਰ ਨੂੰ ਵੀ ਐਂਡ ਮਦਰ ਨੂੰ ਵੀ, ਦੋਨਾਂ ਨੂੰ ਮਿਲ ਸਕਦਾ ਉਹ। ਮੈਮ ਬਹੁਤ ਪਹਿਲਾਂ ਹੁੰਦਾ ਸੀਗਾ ਕਿ ਜੁਆਇੰਟ ਫੈਮਲੀਜ਼ ਹੁੰਦੀਆਂ ਸੀਗੀਆਂ, ਸੋ ਬੱਚਿਆਂ ਨੂੰ ਬਰਾਬਰ ਪਿਆਰ ਮਿਲਦਾ ਸੀ। ਦਾਦਾ ਦਾਦੀ ਦਾ ਵੀ, ਇੱਥੇ ਅਸੀਂ ਗੱਲ ਸਿਰਫ ਮਾਂ-ਬਾਪ ਦੀ ਕਰ ਰਹੇ ਹਾਂ, ਪਰ ਦਾਦਾ ਦਾਦੀ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਸੀ ਇੱਕ ਬੱਚੇ ਦੀ, ਆਪਣੇ ਪੋਤੇ ਦੀ ਜਾਂ ਪੋਤੀ ਦੀ ਪਰਵਰਿਸ਼ ਦੇ ਵਿੱਚ।
ਅੱਜ ਕੱਲ ਫੈਮਲੀਜ਼ ਜਿਹੜੀਆਂ ਨੇ ਨਾ ਉਹ ਅਲੱਗ ਹੋ ਰਹੀਆਂ ਨੇ, ਚਾਹੇ ਉਹ ਆਪਣੇ ਕੰਮ ਨੂੰ ਲੈ ਕੇ, ਕਰੀਅਰ ਨੂੰ ਲੈ ਕੇ, ਜਿਹੜੇ ਬੱਚੇ ਨੇ ਔਰ ਉਸ ਦੀ ਬੱਚੇ ਦੀ ਮਾਂ-ਬਾਪ ਹੈ ਉਹਨਾਂ ਨੂੰ ਅਲੱਗ ਆਪਣੇ ਮਾਂ-ਬਾਪ ਤੋਂ ਯਾਨੀ ਦਾਦਾ ਦਾਦੀ ਤੋਂ ਅਲੱਗ ਜਾਣਾ ਪੈ ਰਿਹਾ ਕਿਤੇ। ਸੋ ਦਾਦਾ ਦਾਦੀ ਦਾ ਜੁਆਇੰਟ ਫੈਮਿਲੀ ਦਾ ਪਿਆਰ ਨਹੀਂ ਮਿਲ ਰਿਹਾ ਹੈ, ਉਸ ਦਾ ਵੀ ਤਾਂ ਕਾਰਨ ਹੋ ਸਕਦਾ ਹੈ ਨਾ ਕਿ ਬੱਚੇ ਡਿਪਰੈਸ਼ਨ 'ਚ ਜਾ ਰਹੇ ਨੇ। ਬਿਲਕੁਲ ਬਿਲਕੁਲ, ਬਿਕੋਜ਼ ਬੱਚੇ ਦਾ ਇੱਕ ਸਪੈਸ਼ਲ ਬੌਂਡ ਹੁੰਦਾ ਹੈ ਜੀ ਆਪਣੇ ਗ੍ਰੈਂਡ ਪੇਰੈਂਟਸ ਦੇ ਨਾਲ। ਐਂਡ ਕੁਝ ਕੇਸਿਸ ਵਿੱਚ ਇਹ ਵੀ ਦੇਖਿਆ ਹੈ ਕਿ ਜਿੱਦਾਂ ਗ੍ਰੈਂਡ ਪੇਰੈਂਟਸ ਹੀ ਸਪੋਰਟ ਕਰਦੇ ਨੇ, ਜਿੱਦਾਂ ਤੁਸੀਂ ਗੱਲ ਕਰ ਰਹੇ ਸੀ ਕਿ ਦਾਦਾ ਦਾਦੀ ਜਾਂ ਨਾਨਾ ਨਾਨੀ ਜੇ ਬੱਚਾ ਮਾਂ ਕੋਲ ਹੈ ਜਾਂ ਬਾਪ ਕੋਲ। ਬਟ ਅਗੇਨ ਇੱਥੇ ਹੀ ਪੁਆਇੰਟ ਇੱਕ ਆਏਗਾ ਕਿ ਜੇ ਇਹ ਅਨਅਵੋਇਡੇਬਲ ਸਿਚੁਏਸ਼ਨ ਆ ਹੀ ਗਈ ਹੈ ਤੇ ਇੱਕ ਫੈਮਿਲੀ ਨੂੰ ਬਹਿ ਕੇ ਰਿਸਪੈਕਟਫੁਲੀ ਇੱਕ ਉਸ ਬੱਚੇ ਨੂੰ ਸਭ ਤੋਂ ਜ਼ਿਆਦਾ ਇੰਪੋਰਟੈਂਟ ਸਮਝਣਾ ਚਾਹੀਦਾ ਹੈ ਜੀ ਕਿ ਇਹ ਤਾਂ ਹੁਣ ਹੋ ਰਿਹਾ ਹੈ, ਪਰ ਇਹਨੂੰ ਅਸੀਂ ਕਿੱਦਾਂ ਅੱਗੇ ਨਰਿਸ਼ ਕਰਨਾ ਹੈ, ਇਹਨੂੰ ਕਿੱਦਾਂ बढ़ाना ਹੈ ਅਸੀਂ। ਤੇ ਉਸ ਦੇ ਵਿੱਚ ਇਹ ਵੀ ਡਿਸਾਈਡ ਹੋ ਸਕਦਾ ਹੈ ਕਿ ਹਾਂ ਦਾਦਾ ਦਾਦੀ ਨਾਨਾ ਨਾਨੀ ਇਕੁਅਲ ਪਾਰਟ ਪਲੇ ਕਰਨਗੇ ਤਾਂ ਕਿ ਬੱਚੇ ਨੂੰ ਵੀ ਸਮਝ ਆਏ ਕਿ ਹਾਂ, ਐਂਡ ਜਿਨ੍ਹਾਂ ਦੇ ਨਾਲ ਉਹ ਇੰਨਾ ਅਟੈਚਡ ਹੈ ਕਿ ਇਹ ਵੀ ਮੇਰੀ ਲਾਈਫ ਦਾ ਇੱਕ ਬਹੁਤ ਇੰਪੋਰਟੈਂਟ ਪਾਰਟ ਹੈ। ਜਦੋਂ ਇਹ ਡਿਵੋਰਸ ਹੁੰਦੇ ਆ ਤਾਂ ਸਭ ਤੋਂ ਜ਼ਿਆਦਾ ਬੱਚੇ ਦੇ ਵਿੱਚ ਇੱਕ ਇਨਸਿਕਿਉਰਿਟੀ ਆਉਂਦੀ ਹੈ ਰਿਲੇਸ਼ਨਸ਼ਿਪ ਨੂੰ ਲੈ ਕੇ, ਇਸ ਚੀਜ਼ ਨੂੰ ਲੈ ਕੇ ਕਿ ਮੇਰੀ ਲਾਈਫ 'ਚ ਕੁਝ ਸਟੇਬਲ ਨਹੀਂ ਹੈ ਜੀ। ਇਹ ਸਾਰੇ ਲੋਕੀ ਉਸ ਚੀਜ਼ ਨੂੰ ਅਵੋਇਡ ਕਰ ਸਕਦੇ ਹੈ ਜੀ ਇੱਕ ਸਿਕਿਉਰਿਟੀ ਦੀ ਫੀਲਿੰਗ ਲਿਆ ਸਕਦੇ ਹੈ। ਬਿਲਕੁਲ। ਸੋ ਕਹਿੰਦੇ ਆ ਨਾ ਕਿ ਇੱਕ ਦਾਦੇ ਦਾ ਪੋਤਾ ਜਿਹੜਾ ਹੈ ਨਾ ਉਹ ਉਸ ਦਾ ਬੈਸਟ ਫਰੈਂਡ ਹੁੰਦਾ ਹੈ ਔਰ ਪੋਤੇ ਦਾ ਵੀ ਦਾਦਾ ਪਹਿਲਾ ਬੈਸਟ ਫਰੈਂਡ ਹੁੰਦਾ ਹੈ। ਸੋ ਹੁਣ ਇੱਕ ਆਡੀਅנס ਤੋਂ ਸਵਾਲ ਵੀ ਬਣਦਾ ਹੈ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਦੀਪਿਕਾ ਹੈ ਐਂਡ ਮੇਰਾ ਕੁਐਸਚਨ ਪੱਲਵੀ ਮੈਮ ਤੋਂ ਹੈਗਾ। ਨਾਰਮਲੀ ਸਿਚੁਏਸ਼ਨ ਘਰਾਂ ਵਿੱਚ ਇੱਦਾਂ ਦੀ ਹੁੰਦੀ ਹੈ ਜਦੋਂ ਪੇਰੈਂਟਸ ਦੇ ਵਿੱਚ ਡਿਸਪਿਊਟ ਹੁੰਦੇ ਆ, ਜਿਹੜੇ ਬੱਚੇ ਨੇ ਉਹਨਾਂ ਦੇ ਅੰਦਰ ਇੱਕ ਲੈਕ ਆਫ ਵਾਰਮਥ ਐਂਡ ਲੈਕ ਆਫ ਲਵ ਰਹਿੰਦਾ ਐਂਡ ਯੂਜਲੀ ਉਹ ਬੱਚੇ ਕਿਸੇ ਵੀ ਏਜ 'ਚ ਹੋਣ ਉਹ ਬਾਹਰ ਉਹ ਪਿਆਰ ਉਹ ਵਾਰਮਥ ਲੱਭਦੇ ਆ, ਜਿਸ ਦੇ ਸਾਈਕਲ 'ਚ ਆਉਣ 'ਚ ਦੇ ਫੀਲ ਬਿਟਰੇਅਲ, ਜ਼ਿਆਦਾ ਧੋਖੇ, ਲਾਈਕ ਦੇ ਫੀਲ ਲਾਈਕ ਕਿ ਇਹ ਪਿਆਰ ਮੈਨੂੰ ਘਰੋਂ ਨਹੀਂ ਮਿਲ ਰਿਹਾ, ਸੋ ਮੇ ਬੀ ਮੈਂ ਬਾਹਰੋਂ ਜਿਹੜਾ ਪਿਆਰ ਲੈ ਰਿਹਾ ਜਾਂ ਲੈ ਰਹੀ ਹਾਂ ਦੈਟ ਇਜ਼ ਲਾਈਕ ਫੁਲਫਿਲਡ ਵਨ। ਪਰ ਇਹ ਸਾਈਕਲ ਇੰਨਾ ਕੁ ਜ਼ਿਆਦਾ ਡਿਪਰੈਸਿੰਗ ਹੋ ਜਾਂਦਾ ਆ ਕਿ ਵਨ ਆਫਟਰ ਵਨ ਦੇ ਗੈਟ ਹਾਰਟ ਬ੍ਰੇਕਸ ਬਿਕੋਜ਼ ਦ ਲੈਕ ਆਫ ਦੀ ਵਾਰਮਥ ਐਂਡ ਲੈਕ ਆਫ ਲਵ ਉਹਨਾਂ ਨੂੰ ਉਸ ਕੰਡੀਸ਼ਨ 'ਚ ਲੈ ਆਉਂਦਾ ਵਿਚ ਲੀਡਸ ਟੂ ਡਿਪਰੈਸ਼ਨ। ਸੋ ਮੇਰਾ ਕੁਐਸਚਨ ਹੈ ਇਸ ਸਾਈਕਲ ਨੂੰ ਬ੍ਰੇਕ ਕਿੱਦਾਂ ਕੀਤਾ ਜਾ ਸਕਦਾ, ਬਿਕੋਜ਼ ਬੀਇੰਗ ਇਨ ਦ ਪ੍ਰੋਫੈਸ਼ਨ ਆਫ ਅਸਿਸਟੈਂਟ ਪ੍ਰੋਫੈਸਰ ਮੇਰੇ ਕੋਲ ਕਈ ਸਟੂਡੈਂਟਸ ਆਉਂਦੇ ਡਿਫਰੈਂਟ ਏਜ जो कि डिप्रेस्ड है, बट आई डोंट नो हाउ टू ब्रेक दैट साइकिल। बहुत अच्छा सवाल है आपका। सबसे पहले ये है कि क्योंकि बच्चे के लिए तो सबसे इम्पॉर्टेंट है घर में जो वो देख रहे हैं माता और पिता, जब उनके साथ बॉन्ड नहीं बनता है, अगर माता और पिता वार्मथ और लव नहीं दे रहे हैं तो बच्चा जो है वो अपने आप के अंदर पहले तो वो खुद को ब्लेम करता है, उसको लगता है कि क्योंकि मैं अच्छा नहीं हूँ या मैं अच्छी नहीं हूँ इसीलिए मेरे पेरेंट्स जो है मुझे प्यार नहीं करते। तो इसको हम कहते हैं इंटरनलाइजेशन ऑफ दी जो प्रॉब्लम्स बाहर हैं, जो एक्सटर्नल एनवायरनमेंट की प्रॉब्लम्स हैं बच्चे ने इंटरनलाइज कर ली, यानी उसको वो हर चीज़ को लगता है कि मेरी वजह से हो रहा है। तो इस बच्चे का सेल्फ एस्टीम बहुत लो होगा और क्योंकि सेल्फ एस्टीम लो होगा तो वो गलत चॉइसेस में ज़्यादा जो है फंसते जाते हैं। तो ये एक स्पाइरल बन जाता है, जिस तरह आपने कहा कि एक तो घर में उनके रिलेशनशिप स्ट्रांग नहीं है, उनको प्यार नहीं मिला तो उनका बॉन्ड भी नहीं बना, उनका अपने आप से ही बॉन्ड नहीं बना, और क्योंकि उनका खुद से बॉन्ड नहीं बना है तो वो बाहर ढूंढ रहे हैं, लेकिन वो क्योंकि अपना सेल्फ वर्थ नहीं जानते हैं तो वो ज़्यादातर देखा जाता है कि वो जो है अब्यूज़िव रिलेशनशिप्स या ऐसे रिलेशनशिप्स में जहाँ पे उनकी रिस्पेक्ट नहीं होती है। मतलब कितने यंगस्टर्स को मैंने काउंसिल करा है कि ये रिलेशनशिप टॉक्सिक है, आपको तुरंत इसको तोड़ना चाहिए, आप इसमें से बाहर आओ, लेकिन वो उसमें से आ नहीं पाते हैं क्योंकि उनको लगता है कि ऐसा ही है, अगर हमारी रिस्पेक्ट नहीं हो रही है रिलेशनशिप में तो कोई बात नहीं, हमने यही घर पे देखा, यही एक तरीका है। और दूसरी बात यह है कि जो आपने ट्रस्ट की बात करी, जब आप अपने घर में ही किसी को ट्रस्ट नहीं कर पाते हो, जब आपको लगता नहीं कि आप वर्दी हो और आपको लगता नहीं कि आप खुद को भी ट्रस्ट कर सकते हो, तो बाहर आप किसी को भी ट्रस्ट नहीं कर पाओगे। तो या तो फिर आप रिलेशनशिप्स में बहुत जल्दी जो है आप डिसीजन ले लोगे तोड़ने का, और आप एक रिलेशनशिप से दूसरे में आप जाते रहते हो ये देखने के लिए कि कहीं तो आपको
आपका जो है एक अंदर से सेटिस्फैक्शन मिलेगा या अंदर से एक फीलिंग जो मिसिंग है प्यार की वो मिलेगी। ये नहीं हम रियलाइज़ करते हैं कि वो फीलिंग पहले अपने अंदर ही हमने हील करना है, अपने अंदर ही हमने पहले इसको सॉर्ट करना है, इसको हमने समझना है कि पहले हम अपने आप को प्यार करें, और अगर माँ बाप ने हमें प्यार नहीं दिया तो इसमें हमारी गलती नहीं है, कहीं ना कहीं इसमें सिचुएशन इस तरह की हो गई है या घर में तनाव बहुत रहा है तो हम निगलेक्ट हो गए हैं। बट बड़े होने के बाद जो बच्चे बड़े होते हैं ये सोच के कि हमारे अंदर गुस्सा बहुत है कि हमें प्यार नहीं मिला, या हम इसको हम अपने पेरेंट्स को ज़िंदगी भर के लिए रिस्पॉन्सिबल ठहराएंगे या हम सबको ब्लेम करते रहेंगे, तो ये पर्सनालिटी ठीक नहीं है। तो ऐसे बच्चों के साथ अगर आप ये उनको विश्वास दिला सकते हो कि अगर आप सबको माफ़ करो और आगे हमने अब फ्यूचर का देखना है, मूव ऑन करो, ये सिचुएशन से आगे बढ़ना है, अपने आप को प्यार करो, और अब ट्रस्ट करना भी धीरे धीरे आता है। तो फिर जैसे ऐसे बच्चों का देखा जाता है कि अगर अच्छे टीचर्स मिल जाए फॉर एग्जांपल जी, तो टीचर्स के साथ अच्छा बॉन्ड बनता है। अगर एक अडल्ट भी वो ट्रस्ट के का एक रिलेशनशिप डेवलप कर पाते हैं तब उनके अंदर ये सेल्फ वर्थ, सेल्फ एस्टीम की फीलिंग्स हम बढ़ा सकते हैं और उनको ये अवेयरनेस दे सकते हैं कि कैसे वो खुद से प्यार करें, और फिर आगे जाके जिन भी रिलेशनशिप्स में वो जाते हैं कि वहाँ से भी उनको प्यार ही मिले, और उनको अपनी जैसे असर्टिवनेस भी दिखाना चाहिए कि अगर कोई आपसे रिस्पेक्टफुली बात नहीं कर रहा है आप कह सकते हो जी, आपको कहना चाहिए। मैम ने दस्या कि टीचर्स ਦਾ ਵੀ ਬਹੁਤ ਵੱਡਾ ਰੋਲ ਬਣ ਜਾਂਦਾ ਹੈ। ਸੋ ਅਗਰ ਬੱਚੇ ਟੀਚਰ ਦੇ ਨਾਲ ਜ਼ਿਆਦਾ ਕੰਫਰਟੇਬਲ ਨੇ ਤਾਂ ਟੀਚਰ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਬੱਚੇ ਨੂੰ ਸਹੀ ਰਸਤਾ ਜਿਹੜਾ ਹੈ ਉਹ ਦਿਖਾਇਆ ਜਾ ਸਕੇ। ਸੋ ਪਿੱਛੇ ਕੁਝ ਦਿਨਾਂ ਤੋਂ ਆਪਾਂ ਬਹੁਤ ਸਾਰੇ ਐਸੇ ਕੇਸਿਸ ਦੇਖੇ ਨੇ, ਚਾਹੇ ਪੜ੍ਹਾਈ ਲਿਖਾਈ ਦੇ ਚੱਲਦੇ, ਘਰ ਦੇ ਵਿੱਚ ਲੜਾਈ ਝਗੜੇ ਦੇ ਚੱਲਦੇ ਬੱਚੇ ਡਿਪਰੈਸ਼ਨ 'ਚ ਜਾ ਰਹੇ ਨੇ ਔਰ ਸੁਸਾਈਡ ਅਟੈਂਪਟ ਕਰ ਰਹੇ ਨੇ। ਦੈਟ ਮੀਨਸ ਕਿ ਮਾਂ-ਬਾਪ ਕਿਤੇ ਨਾ ਕਿਤੇ ਉਹਨਾਂ ਨੂੰ ਸਮਝ ਨਹੀਂ ਪਾ ਰਹੇ ਨੇ, ਹੈ ਨਾ। ਸੋ ਉੱਥੇ ਮਾਂ-ਬਾਪ ਨੂੰ ਕਿਸ ਤਰ੍ਹਾਂ ਬੱਚਿਆਂ ਦੇ ਨਾਲ ਰਹਿਣਾ ਚਾਹੀਦਾ ਹੈ ਔਰ ਕੀ करना चाहिए है ऐसा कि इस तरह की नौबत आवे ही ना डिप्रेशन च कि बच्चे सुसाइड अटैम्प्ट करन। ਤੁਹਾਡੀ ਗੱਲ ਬਿਲਕੁਲ ਸਹੀ ਹੈ। ਇਨਫੈਕਟ ਮੈਂ ਇੱਕ ਫਿਲਾਸਫੀ ਵੀ ਫੋਲੋ ਕਰਦੀ ਹਾਂ ਦੇ ਵਿੱਚ ਇਹ ਫੋਕਸ ਕਰ ਰਿਹਾ ਸੀ ਕਿ ਯੂਥ ਕਿੰਨੀ ਸੁਸਾਈਡ ਕਰ ਰਿਹਾ ਜੀ ਜੀ, ਐਂਡ ਕਾਫੀ ਕਾਰਨ ਇੱਕ ਨਾਖੁਸ਼ ਘਰ ਵੀ ਸੀ ਜੀ। ਇਸ ਟਾਈਮ ਤੇ ਇੱਕ ਚੀਜ਼ ਤਾਂ ਜ਼ਰੂਰ ਹੈ ਕਿ ਹਮੇਸ਼ਾ ਬੱਚੇ ਨੂੰ ਇਹ ਅਹਿਸਾਸ ਹੋਣਾ ਚਾਹੀਦਾ, ਜਿੱਦਾਂ ਤੁਸੀਂ ਪਹਿਲਾਂ ਕਿਹਾ ਕਿ ਸਕੂਲ ਦੇ ਵਿੱਚ ਵੀ ਕੋਈ ਕੌਨਫੀਡੈਂਟ ਹੋ ਸਕਦਾ ਹੈ ਜਿਹਦੇ ਨਾਲ ਉਹ ਗੱਲ ਕਰ ਸਕਦੇ ਆ, ਕੋਈ ਕਾਉਂਸਲਰ ਜਾਂ ਫਿਰ ਕੋਈ ਦੋਸਤ। ਕਿਸੇ ਦੋਸਤ ਨੂੰ, ਕਿਸੇ ਕਾਉਂਸਲਰ ਨੂੰ ਇਹ ਲੱਗੇ ਜੀ, ਮਾਪਿਆਂ ਨੂੰ ਇਹ ਲੱਗੇ ਜੀ ਕਿ ਥੋੜੇ ਜਿਹੇ ਜ਼ਿਆਦਾ ਐਕਸਟ੍ਰੀਮ ਡਿਪਰੈਸ਼ਨ ਹੋ ਰਿਹਾ ਜੀ, ਤੇ ਆਈ ਥਿੰਕ उस टाइम एक प्रोफेशनल हेल्प लेना जी बहुत ज़रूरी होता है। जी, डिप्रेशन अगर हम इसको एक बीमारी मानते हैं तो इसके साथ जुड़ा हुआ एक बहुत इम्पॉर्टेंट सिम्टम है जिसको हम सुसाइडल आइडिएशन कहते हैं। सुसाइडल आइडिएशन का मतलब ये नहीं है कि बच्चा सुसाइड करना चाहता है, लेकिन उसके अंदर विचार आ रहे हैं कि शायद ये ज़िंदगी जीने लायक नहीं है। तो ये एक सिम्टम है डिप्रेशन का, और जब हमें ये सिम्टम बच्चे में दिखता है तो ये हम कैसे पता लगा सकते हैं कि बच्चे के अंदर ये सिम्टम है? पूछकर। लोगों को लगता है कि सुसाइड शब्द जो है हम बच्चों के साथ ना डिस्कस करें, लेकिन मैं क्योंकि बच्चों के साथ ही ज़्यादा काम करती हूँ, तो जब बच्चा मेरे पास आके कहता है कि मन उदास है, रोने का मन कर रहा है, पढ़ाई में ध्यान नहीं लग रहा, अच्छा नहीं लग रहा है, तो मैं सबसे पहले ये पूछती हूँ कि क्या ऐसा भी विचार आ रहा है कि शायद ज़िंदगी जो है जीने लायक नहीं है? तो कुछ बच्चे जो है वो कहते हैं नहीं, उस स्टेज पे हम नहीं हैं, और कुछ बच्चे ये एडमिट करते हैं, वो कहते हैं कि हाँ हमने ये कभी कभी ये सोचा है। तो मैं ये कार्यक्रम के द्वारा माता पिता जो भी सुन रहे हैं उनको ये मैसेज देना चाहती हूँ कि अगर बच्चे में ये फीलिंग आ रही है, इसमें बच्चे का कोई कसूर नहीं है, ना आप अपने आप को ब्लेम करें, सिर्फ बस आप एक प्रोफेशनल, कोई ना कोई डॉक्टर से, साइकियाट्रिस्ट से ज़रूर मिलिए, क्योंकि ये एक डिप्रेशन का सिम्टम है, और ये डिप्रेशन का जब हम ट्रीटमेंट करते हैं तो ये सारे सिम्टम्स भी उसको हम ऑब्वियसली हम संभाल लेते हैं। लेकिन जब ये सिम्टम्स अननोटिस्ड जाते हैं या हम नहीं देख पाते हैं
तब फिर हम बच्चा जो है एक्सट्रीम स्टेप कभी कभी ले लेता है जब बहुत अकेलापन हो। तो ये स्टेप बच्चे ना लें, इसके लिए बहुत ज़रूरी है सिम्टम्स को रिकॉग्नाइज करें, सिम्टम्स को पहचानें और ये देखें कि बच्चा जो है वो इस स्टेज तक ना जाए। तो सेल्फ हार्म ये बहुत ज़्यादा मैं देख रही हूँ आजकल बच्चों में जी। और ये तभी होता है जब बच्चे के अंदर बहुत पेन है, बहुत साइकोलॉजिकल ट्रॉमा है, स्ट्रेस है, तनाव है जो बाहर नहीं निकल पा रहा है, तब बच्चा अपने आप को सेल्फ हार्म कर रहा है। तो इन सब केसेस में बस यही है, माँ बाप को अपने बच्चों को ज़्यादा समझने की ज़रूरत है, उनके साथ अंडरस्टैंडिंग और शेयरिंग के साथ और लिसनिंग के साथ कम्युनिकेट करने की ज़रूरत है और टाइम देने की ज़रूरत है और घर में एक अच्छा माहौल बनाए रखने की बहुत बड़ी एक जिम्मेदारी बन जाती है जी। सो उम्मीद करते हैं कि साडे जिहड़े दर्शक ने और साडी जिहड़ी ऑडियंस ने उन्हां नूं उन्हां दे सवालों के जवाब जिहड़े ने वो मिल गए होणगे। बहुत बहुत शुक्रिया तुसीं साडे इस शो का हिस्सा बने। सो दोस्तों, तुसीं कई बार घर दे विच सियाणिਆਂ ਨੂੰ ਕਹਿੰਦੇ ਹੋਏ सुनिया ही होवेगा कि बच्चों के सामने लड़ाई नहीं करनी, कमरे दे विच जाके लड़ाई करो। सो ओबवियसली बच्चों के उत्ते उसका बड़ा ही गलत असर पैंदा है और उसके रिजल्ट्स जिहड़े ने वो भी अज असीं अपने प्रोग्राम दे विच डिस्कस कीते। सो अगली बार फिर तो होएगी मुलाकात एक नवे मुद्दे दे नाल। मैनूं दवो इजाजत। सत श्री अकाल।